ਅੱਜ ਅਸੀਂ ਗੱਲ ਕਰਾਂਗੇ ਵੈਨ ਥਿੰਗਸ ਡੋਨਟ ਗੋ ਯੋਰ ਵੇ ਨਾਮਕ ਕਿਤਾਬ ਬਾਰੇ ਜੋ ਕਿ ਹੇਮੰਤ ਸੁਨਨ ਨੇ ਲਿਖੀ ਹੈ। ਰਿਤੇਸ਼ ਇੱਕ ਐਸਾ ਵਿਅਕਤੀ ਸੀ ਜੋ ਸਦਾ ਪਰਫੈਕਸ਼ਨ ਦੀ ਖੋਜ 'ਚ ਰਹਿੰਦਾ ਸੀ ਅਤੇ ਚਾਹੁੰਦਾ ਸੀ ਕਿ ਹਰ ਚੀਜ਼ ਉਸ ਦੇ ਕਾਬੂ ਵਿੱਚ ਹੋਵੇ। ਇੱਕ ਦਿਨ ਦਫ਼ਤਰ ਵਿੱਚ ਉਸ ਦੀ ਪ੍ਰੈਜੈਂਟੇਸ਼ਨ ਖਰਾਬ ਹੋ ਗਈ ਤੇ ਬੌਸ ਨੇ ਡਾਂਟ ਦਿੱਤੀ, ਜਿਸ ਕਾਰਨ ਉਹ ਪੂਰਾ ਦਿਨ ਉਦਾਸ ਰਹਿੰਦਾ ਹੈ। ਘਰ ਆ ਕੇ ਵੀ ਉਹ ਸ਼ਾਂਤ ਨਹੀਂ ਹੋਇਆ। ਉਸਨੇ ਸੋਚਿਆ, ਮੇਰੀ ਜ਼ਿੰਦਗੀ ਇੰਨੀ ਮੈਸੀ ਕਿਉਂ ਹੈ। ਉਸਨੇ ਲੈਪਟਾਪ ਚਲਾਇਆ ਪਰ ਕੰਮ ਕਰਨ ਦਾ ਮਨ ਨਹੀਂ ਹੋਇਆ। ਫਿਰ ਉਸਨੇ ਇੱਕ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਜਿਸ ਦੇ ਪਹਿਲੇ ਪੰਨੇ ਤੇ ਲਿਖਿਆ ਸੀ, ਐਮਬਰੇਸ ਇਨਪਰਮੈਨੈਂਸ, ਹਰ ਚੀਜ਼ ਤਬਦੀਲ ਹੋਣ ਵਾਲੀ ਹੁੰਦੀ ਹੈ। ਪਹਿਲੇ ਚੈਪਟਰ ਵਿੱਚ ਇੱਕ ਪਿੰਡ ਦੀ ਕਹਾਣੀ ਸੀ ਜਿੱਥੇ ਲੋਕ ਕਈ ਮਹੀਨੇ ਤੱਕ ਵਰਖਾ ਦੀ ਉਡੀਕ ਕਰ ਰਹੇ ਸਨ। ਇੱਕ ਸਾਧੂ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਤੁਹਾਡੀ ਸਮੱਸਿਆ ਇਹ ਨਹੀਂ ਕਿ ਵਰਖਾ ਨਹੀਂ ਹੋ ਰਹੀ, ਪਰ ਇਹ ਹੈ ਕਿ ਤੁਸੀਂ ਦੁੱਖ ਤੇ ਸੁੱਖ ਨੂੰ ਸਥਾਈ ਸਮਝ ਲਿਆ ਹੈ। ਇਹ ਗੱਲ ਰਿਤੇਸ਼ ਦੇ ਦਿਲ ਨੂੰ ਛੂਹ ਜਾਂਦੀ ਹੈ। ਉਸ ਨੂੰ ਲੱਗਦਾ ਹੈ ਕਿ ਜੇ ਹਰ ਚੀਜ਼ ਬਦਲਦੀ ਹੈ ਤਾਂ ਇਹ ਬੁਰਾ ਸਮਾਂ ਵੀ ਲੰਘ ਜਾਵੇਗਾ। ਕਿਤਾਬ ਦੇ ਸਾਦੇ ਸ਼ਬਦ ਪਰ ਡੂੰਘੀ ਸੋਚ ਨੇ ਉਸ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਰਿਤੇਸ਼ ਨੂੰ ਯਾਦ ਆਇਆ ਕਿ ਕਾਲਜ ਦੇ ਦਿਨਾਂ ਵਿੱਚ ਉਹ ਇੱਕ ਐਗਜ਼ਾਮ ਵਿੱਚ ਫੇਲ ਹੋ ਗਿਆ ਸੀ। ਉਸ ਸਮੇਂ ਉਸ ਨੂੰ ਲੱਗਿਆ ਸੀ ਕਿ ਉਸ ਦੀ ਜ਼ਿੰਦਗੀ ਖਤਮ ਹੋ ਗਈ ਹੈ, ਪਰ ਅੱਜ ਜਦੋਂ ਉਹ ਪਿੱਛੇ ਮੁੜ ਕੇ ਵੇਖਦਾ ਹੈ ਤਾਂ ਉਹ ਫੇਲ ਹੋਣਾ ਸਿਰਫ ਇੱਕ ਤਜਰਬਾ ਸੀ। ਕਿਤਾਬ ਪੜ੍ਹਦੇ ਉਸ ਨੂੰ ਐਸਾ ਲੱਗਣ ਲੱਗਾ ਜਿਵੇਂ ਕੋਈ ਉਸ ਦੇ ਅੰਦਰ ਦੀਆਂ ਗੰਢਾਂ ਖੋਲ੍ਹ ਰਿਹਾ ਹੋਵੇ। ਉਸਨੇ ਸੋਚਿਆ ਕਿ ਸ਼ਾਇਦ ਮੈਂ ਆਪਣੀਆਂ ਪਰੇਸ਼ਾਨੀਆਂ ਨੂੰ ਲੈ ਕੇ ਬਹੁਤ ਗੰਭੀਰ ਹੋ ਜਾਂਦਾ ਹਾਂ, ਜਦਕਿ ਇਹ ਸਭ ਕੁਝ ਟੈਂਪਰੇਰੀ ਹੈ। ਜਦੋਂ ਉਸਨੇ ਸੋਚਿਆ ਕਿ ਜੇ ਹਰ ਚੀਜ਼ ਅਸਥਾਈ ਹੈ ਤਾਂ ਕਿ ਮੈਂ ਆਪਣੇ ਚੰਗੇ ਪਲਾਂ ਨੂੰ ਵੀ ਪੂਰੀ ਤਰ੍ਹਾਂ ਜੀ ਨਹੀਂ ਰਿਹਾ। ਕਿਤਾਬ 'ਚ ਲਿਖਿਆ ਸੀ ਕਿ ਇਨਪਰਮੈਨੈਂਸ ਸਿਰਫ ਦੁੱਖ ਸਵੀਕਾਰਨ ਨਹੀਂ, ਸਗੋਂ ਖੁਸ਼ੀਆਂ ਨੂੰ ਵੀ ਪੂਰੀ ਤਰ੍ਹਾਂ ਜੀਣੀ ਦੀ ਸਿੱਖ ਹੈ। ਇਹ ਪੜ੍ਹ ਕੇ ਉਸਨੇ ਆਪਣੇ ਫੋਨ ਵਿੱਚ ਨੋਟ ਲਿਖਿਆ, ਜੀਵਨ ਇੱਕ ਵਹਿੰਦੀ ਦਰਿਆ ਵਾਂਗ ਹੈ ਜੋ ਕਦੇ ਵੀ ਇੱਕ ਥਾਂ ਨਹੀਂ ਰਹਿੰਦੀ। ਤੁਸੀਂ ਪਾਣੀ ਨੂੰ ਫੜ ਨਹੀਂ ਸਕਦੇ, ਪਰ ਜਦ ਤੱਕ ਉਹ ਤੁਹਾਡੇ ਹੱਥ ਵਿੱਚ ਹੈ ਉਸ ਦੀ ਠੰਡਕ ਦਾ ਆਨੰਦ ਲੈ ਸਕਦੇ ਹੋ। ਉਸ ਨੂੰ ਉਹ ਸਾਧੂ ਦੀ ਗੱਲ ਯਾਦ ਆ ਗਈ ਤੇ ਸੋਚਿਆ ਕਿ ਜੇ ਪਿੰਡ ਵਾਲਿਆਂ ਨੇ ਇਹ ਸਮਝ ਲਿਆ ਹੁੰਦਾ ਕਿ ਸੁੱਕਾ ਵੀ ਇੱਕ ਅਸਥਾਈ ਹਾਲਤ ਹੈ ਤਾਂ ਉਹ ਇੰਨਾ ਪਰੇਸ਼ਾਨ ਨਾ ਹੁੰਦੇ। ਉਸ ਨੂੰ ਆਪਣੀ ਪ੍ਰੈਜੈਂਟੇਸ਼ਨ ਦੀ ਵੀ ਯਾਦ ਆਈ ਤੇ ਆਪਣੇ ਆਪ ਨੂੰ ਕਿਹਾ, ਇਹ ਵੀ ਤਾਂ ਅਸਥਾਈ ਸੀ, ਅਗਲੀ ਵਾਰੀ ਮੈਂ ਵਧੀਆ ਕਰ ਲਵਾਂਗਾ। ਰਾਤ ਦੇ 11 ਵੱਜ ਚੁੱਕੇ ਸਨ, ਪਰ ਰਿਤੇਸ਼ ਦਾ ਮਨ ਸ਼ਾਂਤ ਸੀ। ਉਸਨੇ ਕਿਤਾਬ ਨੂੰ ਸਾਈਡ 'ਚ ਰੱਖਿਆ ਤੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਅਗਲਾ ਚੈਪਟਰ ਕੱਲ੍ਹ ਪੜ੍ਹੇਗਾ। ਇਨਪਰਮੈਨੈਂਸ ਦਾ ਇਹ ਪਹਿਲਾ ਪਾਠ ਉਸਦੇ ਲਈ ਅੱਖਾਂ ਖੋਲ੍ਹਣ ਵਾਲਾ ਸੀ। ਉਸਨੇ ਸੋਚਿਆ ਕਿ ਕਿਤਾਬ ਜਿਵੇਂ ਉਸਦੇ ਲਈ ਹੀ ਲਿਖੀ ਗਈ ਹੋਵੇ। ਉਸਨੇ ਫੈਸਲਾ ਕੀਤਾ ਕਿ ਕੱਲ੍ਹ ਸਵੇਰੇ ਜਿਮ ਜਾਵੇਗਾ, ਧਿਆਨ ਲਾਵੇਗਾ ਅਤੇ ਦਿਨ ਨੂੰ ਇੱਕ ਨਵੇਂ ਨਜ਼ਰੀਏ ਨਾਲ ਵੇਖੇਗਾ, ਕਿਉਂਕਿ ਇਨਪਰਮੈਨੈਂਸ ਦਾ ਅਸਲ ਅਰਥ ਹੀ ਇਹ ਹੈ ਕਿ ਹਰ ਸਵੇਰ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ। ਰਿਤੇਸ਼ ਦੀ ਜ਼ਿੰਦਗੀ ਵਿੱਚ ਹੌਲੀ-ਹੌਲੀ ਇੱਕ ਬਦਲਾਅ ਆਉਣਾ ਸ਼ੁਰੂ ਹੋ ਗਿਆ ਸੀ। ਰਿਤੇਸ਼ ਹੁਣ ਆਪਣੀ ਜਰਨੀ ਦੀ ਸ਼ੁਰੂਆਤ ਕਰ ਰਿਹਾ ਸੀ। ਇਹ ਸਿਰਫ ਪਹਿਲਾ ਕਦਮ ਸੀ, ਪਰ ਇਸ ਨੇ ਉਸ ਦੇ ਮਨ ਵਿੱਚ ਨਵੀਆਂ ਉਮੀਦਾਂ ਜਨਮ ਦੇ ਦਿੱਤੀਆਂ। ਅਗਲੇ ਦਿਨ ਸਵੇਰੇ ਜਦ ਅਲਾਰਮ ਵੱਜਿਆ ਤਾਂ ਪਹਿਲਾਂ ਤਾਂ ਹਮੇਸ਼ਾ ਵਾਂਗ ਉਸਨੇ ਸਨੂਜ਼ ਕਰ ਦਿੱਤਾ, ਪਰ ਫਿਰ ਉਸ ਨੂੰ ਰਾਤ ਦੀ ਕਿਤਾਬ ਅਤੇ ਆਪਣੇ ਕੀਤੇ ਵਾਅਦੇ ਦੀ ਯਾਦ ਆ ਗਈ। ਉਸਨੇ ਆਪਣੇ ਆਪ ਨਾਲ ਕਿਹਾ, ਨਹੀਂ ਯਾਰ, ਅੱਜ ਤਾਂ ਚੜ੍ਹਨਾ ਹੀ ਪੈਣਾ। ਇਹ ਸਿਰਫ ਸਵੇਰ ਨਹੀਂ, ਮੇਰੀ ਨਵੀਂ ਸ਼ੁਰੂਆਤ ਹੈ। ਉਹ ਬਿਸਤਰੇ ਤੋਂ ਉੱਠਿਆ, ਖਿੜਕੀ ਖੋਲ੍ਹੀ। ਥੋੜੀ ਸੂਰਜ ਦੀ ਰੋਸ਼ਨੀ ਅਤੇ ਠੰਡੀ ਹਵਾ ਨੇ ਉਸ ਦਾ ਸਵਾਗਤ ਕੀਤਾ। ਉਸਨੇ ਸੋਚਿਆ ਕਿ ਇਹ ਦਿਨ ਵੀ ਅਸਥਾਈ ਹੈ, ਇਸ ਨੂੰ ਬੁਰਾ ਨਹੀਂ ਬਣਾਉਣਾ ਚਾਹੀਦਾ। ਤਾਜ਼ਾ ਹੋ ਕੇ ਉਸਨੇ ਕਿਤਾਬ ਪੜ੍ਹਨੀ ਸ਼ੁਰੂ ਕੀਤੀ। ਇਹ ਦੂਜਾ ਪਾਠ ਸੀ, ਪ੍ਰੈਕਟਿਸ ਗ੍ਰੇਟੀਟਿਊਡ। ਉਸ ਵਿੱਚ ਲਿਖਿਆ ਸੀ ਕਿ ਅਸੀਂ ਅਕਸਰ ਉਹਨਾਂ ਚੀਜ਼ਾਂ ਤੇ ਧਿਆਨ ਦਿੰਦੇ ਹਾਂ ਜੋ ਸਾਡੇ ਕੋਲ ਨਹੀਂ ਹੁੰਦੀਆਂ, ਪਰ ਜੇ ਅਸੀਂ ਉਹਨਾਂ ਚੀਜ਼ਾਂ ਲਈ ਸ਼ੁਕਰਗੁਜ਼ਾਰ ਹੋਣਾ ਸਿੱਖ ਲਵਾਂ ਜੋ ਸਾਡੇ ਕੋਲ ਹਨ ਤਾਂ ਸਾਡੀ ਸੋਚ ਅਤੇ ਨਜ਼ਰੀਆ ਬਦਲ ਸਕਦਾ ਹੈ। ਉਸਨੇ ਪੜ੍ਹਿਆ, ਜਦੋਂ ਅਸੀਂ ਸ਼ੁਕਰਗੁਜ਼ਾਰ ਹੋਣੀ ਆਦਤ ਪਾ ਲੈਂਦੇ ਹਾਂ ਤਾਂ ਅਸੀਂ ਘਾਟ ਜਾਂ ਕਮੀ ਦੀ ਥਾਂ ਤੇ ਧਿਆਨ ਦੇਣ ਦੀ ਬਜਾਏ ਜੋ ਕੁਝ ਸਾਡੇ ਕੋਲ ਹੈ ਉਸ ਦੀ ਭਰਪੂਰਤਾ ਤੇ ਧਿਆਨ ਦੇਣ ਲੱਗ ਜਾਂਦੇ ਹਾਂ, ਅਤੇ ਇਹ ਲਾਈਨ ਉਸ ਦੇ ਦਿਲ ਨੂੰ ਛੂਹ ਗਈ। ਉਸਨੇ ਕਿਤਾਬ ਸਾਈਡ ਤੇ ਰੱਖੀ ਅਤੇ ਆਪਣੇ ਜੀਵਨ ਬਾਰੇ ਸੋਚਣ ਲੱਗਾ। ਪਿਛਲੇ ਕੁਝ ਹਫ਼ਤਿਆਂ ਤੋਂ ਉਹ ਸਿਰਫ ਸ਼ਿਕਾਇਤਾਂ ਕਰ ਰਿਹਾ ਸੀ, ਕੰਮ ਦਾ ਪ੍ਰੈਸ਼ਰ, ਬੌਸ ਦੀ ਡਾਂਟ, ਟ੍ਰੈਫਿਕ ਦੀ ਝੁੰਝਲਾਹਟ, ਪਰ ਕਦੇ ਉਹਨਾਂ ਚੀਜ਼ਾਂ ਬਾਰੇ ਸੋਚਿਆ ਹੀ ਨਹੀਂ ਜੋ ਉਸਦੇ ਕੋਲ ਹਨ। ਉਸ ਨੂੰ ਯਾਦ ਆਇਆ ਕਿ ਉਸਦੇ ਕੋਲ ਇੱਕ ਵਧੀਆ ਘਰ ਹੈ, ਇੱਕ ਸਹਿਯੋਗੀ ਪਰਿਵਾਰ ਹੈ ਅਤੇ ਸਭ ਤੋਂ ਵੱਡੀ ਗੱਲ, ਉਸ ਨੂੰ ਨਵੀਆਂ ਚੀਜ਼ਾਂ ਸਿੱਖਣ ਦਾ ਮੌਕਾ ਮਿਲ ਰਿਹਾ ਹੈ। ਉਸਨੇ ਆਪਣੀ ਨੋਟਬੁੱਕ ਚੁੱਕੀ ਅਤੇ ਲਿਖਿਆ, ਅੱਜ ਮੈਂ ਉਹਨਾਂ ਚੀਜ਼ਾਂ ਲਈ ਸ਼ੁਕਰਗੁਜ਼ਾਰ ਹਾਂ ਜੋ ਮੇਰੀ ਜ਼ਿੰਦਗੀ ਨੂੰ ਬਿਹਤਰ ਬਣਾਉਂਦੀਆਂ ਹਨ। 1. ਮੈਂ ਇਸ ਸਵੇਰ ਲਈ ਧੰਨਵਾਦੀ ਹਾਂ ਜਿਸਨੇ ਮੈਨੂੰ ਆਪਣੇ ਆਪ ਤੇ ਕੰਮ ਕਰਨ ਦਾ ਮੌਕਾ ਦਿੱਤਾ। 2. ਮੇਰੇ ਕੋਲ ਇੱਕ ਸਥਿਰ ਨੌਕਰੀ ਹੈ ਜੋ ਮੈਨੂੰ ਸੁਰੱਖਿਆ ਤੇ ਵਿਕਾਸ ਦਿੰਦੀ ਹੈ। 3. ਮੇਰੇ ਦੋਸਤਾਂ ਅਤੇ ਪਰਿਵਾਰ ਦਾ ਪਿਆਰ ਹਮੇਸ਼ਾ ਮੇਰੇ ਨਾਲ ਹੈ। ਇਹ ਲਿਖਦੇ ਹੋਏ ਉਸ ਨੂੰ ਇੱਕ ਅਜਿਹੀ ਸ਼ਾਂਤੀ ਮਹਿਸੂਸ ਹੋਈ ਜੋ ਕਦੇ-ਕਦੇ ਹੀ ਮਿਲਦੀ ਹੈ। ਉਸ ਨੂੰ ਲੱਗਾ ਕਿ ਗ੍ਰੇਟੀਟਿਊਡ ਕਰਨਾ ਮੁਸ਼ਕਲ ਨਹੀਂ, ਸਾਨੂੰ ਸਿਰਫ ਧਿਆਨ ਕਰਨਾ ਆਉਣਾ ਚਾਹੀਦਾ ਹੈ। ਫਿਰ ਉਸਨੇ ਕਿਤਾਬ ਪੜ੍ਹਨੀ ਜਾਰੀ ਰੱਖੀ, ਜਿਸ ਵਿੱਚ ਇੱਕ ਕਹਾਣੀ ਸੀ ਇੱਕ ਗਰੀਬ ਕਿਸਾਨ ਦੀ ਜੋ ਆਪਣੀ ਛੋਟੀ ਜ਼ਮੀਨ ਤੇ ਬਹੁਤ ਮਿਹਨਤ ਕਰਦਾ ਸੀ। ਇੱਕ ਦਿਨ ਉਸ ਦੀ ਫਸਲ ਬਰਬਾਦ ਹੋ ਗਈ ਤੇ ਉਹ ਭਗਵਾਨ ਨਾਲ ਸ਼ਿਕਾਇਤ ਕਰਨ ਲੱਗ ਪਿਆ ਕਿ ਮੇਰੇ ਕੋਲ ਪਹਿਲਾਂ ਹੀ ਥੋੜਾ ਹੈ, ਹੁਣ ਇਹ ਵੀ ਖਤਮ ਹੋ ਗਿਆ, ਹੁਣ ਮੈਂ ਕਿਵੇਂ ਜੀਊਂਗਾ। ਉੱਥੇ ਇੱਕ ਸਾਧੂ ਆਇਆ ਤੇ ਪੁੱਛਿਆ,
ਤੇਰੇ ਕੋਲ ਕੀ ਹੈ? ਕਿਸਾਨ ਨੇ ਗੁੱਸੇ 'ਚ ਕਿਹਾ। ਕੁਝ ਵੀ ਨਹੀਂ। ਸਾਧੂ ਹੱਸ ਕੇ ਬੋਲੇ, ਕੀ ਤੂੰ ਜਿੰਦਾ ਨਹੀਂ? ਕੀ ਤੇਰੇ ਕੋਲ ਕੋਸ਼ਿਸ਼ ਕਰਨ ਦਾ ਦੂਜਾ ਮੌਕਾ ਨਹੀਂ? ਇਹ ਕਹਾਣੀ ਸੁਣ ਕੇ ਰਿਤੇਸ਼ ਨੂੰ ਲੱਗਿਆ ਕਿ ਉਹ ਵੀ ਉਸ ਕਿਸਾਨ ਵਾਂਗ ਹੀ ਹੈ। ਉਹ ਵੀ ਛੋਟੀਆਂ-ਛੋਟੀਆਂ ਗੱਲਾਂ ਲਈ ਪਰੇਸ਼ਾਨ ਹੋ ਜਾਂਦਾ ਹੈ, ਜਦਕਿ ਉਸ ਦੇ ਕੋਲ ਜੀਵਨ ਨੂੰ ਸੁਧਾਰਨ ਦੇ ਬੇਹਿਸਾਬ ਮੌਕੇ ਹਨ। ਉਸਨੇ ਸੋਚਿਆ ਕਿ ਮੈਨੂੰ ਵੀ ਆਪਣੀਆਂ ਬਲੇਸਿੰਗ ਅਤੇ ਮੌਕਿਆਂ ਦੀ ਕਦਰ ਕਰਨੀ ਚਾਹੀਦੀ ਹੈ। ਕਿਤਾਬ ਵਿੱਚ ਇੱਕ ਐਕਸਰਸਾਈਜ਼ ਦਿੱਤੀ ਸੀ, ਜਿਸ ਵਿੱਚ ਲਿਖਿਆ ਸੀ ਕਿ ਹਰ ਰਾਤ ਜਾਂ ਸਵੇਰ 3 ਚੀਜ਼ਾਂ ਲਿਖੋ ਜਿਨ੍ਹਾਂ ਲਈ ਤੂੰ ਸ਼ੁਕਰਗੁਜ਼ਾਰ ਹੈ। ਰਿਤੇਸ਼ ਨੇ ਇਹ ਤੁਰੰਤ ਅਪਣਾਉਣ ਦਾ ਫੈਸਲਾ ਕੀਤਾ। ਉਸ ਦਿਨ ਆਫਿਸ ਜਾਂਦਿਆਂ ਰਸਤੇ ਟ੍ਰੈਫਿਕ ਵਿੱਚ ਫਸਣ ਦੇ ਬਾਵਜੂਦ ਉਹ ਚਿੜਿਆ ਨਹੀਂ, ਬਲਕਿ ਸੋਚਿਆ ਕਿ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਗੱਡੀ ਚਲਾ ਸਕਦਾ ਹਾਂ ਅਤੇ ਮੇਰੇ ਕੋਲ ਇੱਕ ਵਧੀਆ ਕਾਰ ਹੈ। ਲੰਚ ਟਾਈਮ 'ਚ ਉਸਨੇ ਆਪਣੇ ਦੋਸਤਾਂ ਨਾਲ ਹਾਸਨ ਮਜ਼ਾਕ ਕਰਨ ਨੂੰ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਕੀਤਾ ਤੇ ਸੋਚਿਆ ਕਿ ਮੇਰੇ ਕੋਲ ਅਜਿਹੇ ਲੋਕ ਹਨ ਜਿਨ੍ਹਾਂ ਨਾਲ ਮੈਂ ਖੁੱਲ੍ਹ ਕੇ ਗੱਲ ਕਰ ਸਕਦਾ ਹਾਂ। ਪਰ ਸਭ ਤੋਂ ਵਧੇਰੇ ਅਹਿਸਾਸ ਉਸਨੂੰ ਉਸ ਵੇਲੇ ਹੋਇਆ ਜਦ ਸ਼ਾਮ ਨੂੰ ਘਰ ਆ ਕੇ ਉਸਨੇ ਆਪਣੇ ਮਾਪਿਆਂ ਨਾਲ ਗੱਲ ਕੀਤੀ। ਪਿਤਾ ਜੀ ਨੇ ਪੁੱਛਿਆ, ਬੇਟਾ ਦਿਨ ਕਿਵੇਂ ਰਿਹਾ? ਇਹ ਸਵਾਲ ਰਿਤੇਸ਼ ਪਹਿਲਾਂ ਨਜ਼ਰਅੰਦਾਜ਼ ਕਰ ਜਾਂਦਾ ਸੀ, ਪਰ ਅੱਜ ਉਸਨੇ ਰੁਕ ਕੇ ਸੋਚਿਆ ਕਿ ਪਾਪਾ ਹਰ ਰੋਜ਼ ਪੁੱਛਦੇ ਹਨ, ਉਹ ਮੇਰੀ ਸੱਚੀ ਚਿੰਤਾ ਕਰਦੇ ਹਨ। ਇਹ ਛੋਟੀ ਗੱਲ ਹੈ, ਪਰ ਕਿੰਨੀ ਅਨਕਾਰ ਭਰੀ। ਉਸਨੇ ਪਿਤਾ ਜੀ ਨੂੰ ਕਿਹਾ, ਅੱਜ ਦਾ ਦਿਨ ਚੰਗਾ ਸੀ, ਤੁਹਾਡਾ ਕਿਵੇਂ ਰਿਹਾ? ਇਹ ਸੁਣ ਕੇ ਪਾਪਾ ਮੁਸਕਰਾ ਦਿੱਤੇ। ਰਾਤ ਨੂੰ ਰਿਤੇਸ਼ ਨੇ ਆਪਣੀ ਲਿਸਟ 'ਚ ਲਿਖਿਆ, 1 ਅੱਜ ਟ੍ਰੈਫਿਕ ਵਿੱਚ ਫਸਣ ਦੇ ਬਾਵਜੂਦ ਮੈਂ ਆਪਣੇ ਆਪ ਤੇ ਕਾਬੂ ਰੱਖਿਆ। 2 ਲੰਚ ਟਾਈਮ 'ਚ ਦੋਸਤਾਂ ਨਾਲ ਹੱਸਣ ਨੇ ਮੇਰਾ ਦਿਨ ਬਣਾ ਦਿੱਤਾ। 3 ਪਾਪਾ ਨੇ ਮੇਰਾ ਹਾਲ ਪੁੱਛਿਆ ਅਤੇ ਉਹਨਾਂ ਨਾਲ ਛੋਟੀ ਜਿਹੀ ਗੱਲਬਾਤ ਵੀ ਕੀਮਤੀ ਲੱਗੀ। ਇਹ ਲਿਖਦਿਆਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਜ਼ਿੰਦਗੀ 'ਚ ਕਿੰਨਾ ਕੁ ਵਧੀਆ ਹੈ ਤੇ ਜਿੰਨਾ ਜ਼ਿਆਦਾ ਉਹ ਇਹਨਾਂ ਚੰਗੀਆਂ ਗੱਲਾਂ ਤੇ ਧਿਆਨ ਦੇਵੇਗਾ, ਉਨਾ ਹੀ ਜ਼ਿਆਦਾ ਉਹ ਖੁਸ਼ ਮਹਿਸੂਸ ਕਰੇਗਾ। ਕਿਤਾਬ ਨੇ ਇੱਕ ਹੋਰ ਗੱਲ ਕਹੀ ਸੀ ਕਿ ਸ਼ੁਕਰਗੁਜ਼ਾਰੀ ਸਿਰਫ ਵੱਡੀਆਂ ਚੀਜ਼ਾਂ ਲਈ ਨਹੀਂ ਹੁੰਦੀ, ਇਹ ਰੋਜ਼ਾਨਾ ਦੀਆਂ ਛੋਟੀਆਂ ਖੁਸ਼ੀਆਂ 'ਚ ਵੀ ਖੁਸ਼ੀ ਲੱਭਣ ਬਾਰੇ ਹੈ। ਰਿਤੇਸ਼ ਨੇ ਸੋਚਿਆ ਕਿ ਇਹ ਤਾਂ ਸੱਚ ਹੈ। ਉਹ ਹਮੇਸ਼ਾ ਵੱਡੀਆਂ ਗੱਲਾਂ ਦੇ ਪਿੱਛੇ ਦੌੜਦਾ ਰਿਹਾ ਹੈ ਤੇ ਉਹ ਚਾਹ ਦੇ ਪਹਿਲੇ ਘੁੱਟ, ਠੰਡੀ ਹਵਾ ਦਾ ਅਹਿਸਾਸ ਜਾਂ ਕਿਸੇ ਦੀ ਹਲਕੀ ਮੁਸਕਾਨ ਵਰਗੀਆਂ ਛੋਟੀਆਂ ਖੁਸ਼ੀਆਂ ਨੂੰ ਅਕਸਰ ਨਜ਼ਰਅੰਦਾਜ਼ ਕਰ ਜਾਂਦਾ ਸੀ। ਅਗਲੇ ਦਿਨ ਰਿਤੇਸ਼ ਨੇ ਆਪਣੀ ਸਵੇਰ ਦੀ ਸ਼ੁਰੂਆਤ ਸ਼ੁਕਰਗੁਜ਼ਾਰੀ ਨਾਲ ਕੀਤੀ। ਜਦ ਉਹਨੇ ਆਪਣੀ ਮਾਂ ਨੂੰ ਕਿਚਨ ਵਿੱਚ ਆਪਣੇ ਲਈ ਨਾਸ਼ਤਾ ਬਣਾਉਂਦੇ ਵੇਖਿਆ ਤਾਂ ਉਹ ਮਾਂ ਕੋਲ ਗਿਆ ਤੇ ਕਿਹਾ, ਮਾਂ ਤੁਹਾਡਾ ਧੰਨਵਾਦ, ਤੁਸੀਂ ਮੇਰੇ ਲਈ ਹਮੇਸ਼ਾ ਸਭ ਕੁਝ ਕਰਦੇ ਹੋ। ਮਾਂ ਥੋੜੀ ਹੈਰਾਨ ਹੋਈ ਕਿਉਂਕਿ ਰਿਤੇਸ਼ ਪਹਿਲਾਂ ਕਦੇ ਇਹ ਨਹੀਂ ਕਰਦਾ ਸੀ, ਪਰ ਉਹਨਾਂ ਦੇ ਚਿਹਰੇ ਉੱਤੇ ਜੋ ਮੁਸਕਾਨ ਆਈ ਉਹ ਰਿਤੇਸ਼ ਲਈ ਬੇਮੁੱਲੀ ਸੀ। ਆਫਿਸ ਵਿੱਚ ਵੀ ਰਿਤੇਸ਼ ਨੇ ਜਦ ਉਸ ਦੀ ਸਾਥੀ ਨੇ ਪ੍ਰੋਜੈਕਟ ਵਿੱਚ ਮਦਦ ਕੀਤੀ ਤਾਂ ਉਸਨੇ ਮਨੋਤਨੋਂ ਧੰਨਵਾਦ ਕੀਤਾ। ਉਹ ਸਾਥੀ ਵੀ ਹੈਰਾਨ ਸੀ ਪਰ ਖੁਸ਼। ਰਿਤੇਸ਼ ਨੇ ਮਹਿਸੂਸ ਕੀਤਾ ਕਿ ਸ਼ੁਕਰਗੁਜ਼ਾਰੀ ਸਿਰਫ ਉਸ ਦੀ ਸੋਚ ਨਹੀਂ ਬਦਲ ਰਹੀ ਸੀ, ਇਹ ਉਸ ਦੇ ਲੋਕਾਂ ਨਾਲ ਰਿਸ਼ਤਿਆਂ ਨੂੰ ਵੀ ਬਿਹਤਰ ਬਣਾ ਰਹੀ ਸੀ। ਦਿਨ ਲੰਘਦੇ ਗਏ ਤੇ ਸ਼ੁਕਰਗੁਜ਼ਾਰੀ ਰਿਤੇਸ਼ ਦੀ ਆਦਤ ਬਣ ਗਈ। ਉਸਨੇ ਮਹਿਸੂਸ ਕੀਤਾ ਕਿ ਹੁਣ ਉਹ ਘੱਟ ਸ਼ਿਕਾਇਤ ਕਰਦਾ ਹੈ, ਛੋਟੀਆਂ ਗੱਲਾਂ ਉੱਤੇ ਗੁੱਸਾ ਨਹੀਂ ਕਰਦਾ ਤੇ ਆਪਣੇ ਅੰਦਰ ਇੱਕ ਸ਼ਾਂਤੀ ਜਮਾਉਣ ਲੱਗੀ ਹੈ। ਪਰ ਇੱਕ ਦਿਨ ਆਇਆ ਜਦ ਉਸ ਨੂੰ ਦੁਬਾਰਾ ਸੋਚਣ ਤੇ ਮਜਬੂਰ ਕਰ ਦਿੱਤਾ। ਉਸ ਦਿਨ ਆਫਿਸ ਵਿੱਚ ਇੱਕ ਵੱਡਾ ਕਲਾਇੰਟ ਪ੍ਰੈਜ਼ੈਂਟੇਸ਼ਨ ਸੀ, ਜਿਸ ਲਈ ਰਿਤੇਸ਼ ਨੇ ਬਹੁਤ ਮਿਹਨਤ ਕੀਤੀ ਸੀ, ਪਰ ਕਲਾਇੰਟ ਦੇ ਸਵਾਲ ਇੰਨੇ ਔਖੇ ਸਨ ਕਿ ਉਹ ਘਬਰਾ ਗਿਆ ਤੇ ਉਸ ਦੀ ਸਾਰੀ ਤਿਆਰੀ ਗੜਬੜ ਹੋ ਗਈ। ਮੀਟਿੰਗ ਤੋਂ ਬਾਅਦ ਬੌਸ ਨੇ ਉਸ ਨੂੰ ਬੁਲਾਇਆ ਤੇ ਕਿਹਾ, ਰਿਤੇਸ਼ ਤੈਨੂੰ ਹੋਰ ਬਿਹਤਰ ਕਰਨਾ ਪਵੇਗਾ। ਤੁਸੀਂ ਤਾਂ ਇਹ ਨਹੀਂ ਕਰ ਸਕਦੇ। ਇਹ ਸ਼ਬਦ ਰਿਤੇਸ਼ ਦੇ ਕੰਨਾਂ 'ਚ ਵਾਰੀ-ਵਾਰੀ ਗੂੰਜ ਰਹੇ ਸਨ। ਉਸ ਨੂੰ ਅਹਿਸਾਸ ਹੋਇਆ ਕਿ ਭਾਵੇਂ ਉਹਨੇ ਸ਼ੁਕਰਗੁਜ਼ਾਰੀ ਅਤੇ ਇੰਪਰਮੈਨੈਂਸ ਨੂੰ ਆਪਣਾ ਲਿਆ ਸੀ, ਪਰ ਉਹ ਅਜੇ ਵੀ ਅਣਸੁਖਦਾਈ ਸਥਿਤੀਆਂ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਸੀ। ਘਰ ਆ ਕੇ ਉਸ ਦਿਨ ਦਾ ਲੈਸਨ ਸੀ, ਡਿਸਕੰਫਰਟ ਦਾ ਸਵਾਗਤ ਕਰੋ। ਕਿਤਾਬ ਵਿੱਚ ਲਿਖਿਆ ਸੀ ਕਿ ਅਣਸੁਖਦਾਈ ਪਲਾਂ ਨਾਲ ਲੜਾਈ ਨਾ ਕਰੋ, ਉਹਨਾਂ ਨੂੰ ਖੁਸ਼ਦਿਲੀ ਨਾਲ ਸਵੀਕਾਰ ਕਰੋ। ਇਹ ਸੋਚ ਤੁਹਾਡੀ ਪਰਸਨਲ ਗਰੋਥ ਅਤੇ ਹੌਸਲੇ ਲਈ ਮਦਦਗਾਰ ਹੋਵੇਗੀ। ਰਿਤੇਸ਼ ਨੇ ਸੋਚਿਆ ਕਿ ਮੈਂ ਡਿਸਕੰਫਰਟ ਨੂੰ ਵਾਕਈ ਗੱਲ ਲਾ ਸਕਦਾ ਹਾਂ। ਕਿਤਾਬ ਵਿੱਚ ਇੱਕ ਨੌਜਵਾਨ ਦੀ ਕਹਾਣੀ ਸੀ ਜੋ ਪਹਾੜ ਚੜ੍ਹਨ ਦੀ ਕੋਸ਼ਿਸ਼ ਕਰਦਾ ਸੀ, ਪਰ ਪਹਿਲੀ ਵਾਰੀ ਥੱਕ ਕੇ ਵਾਪਸ ਮੁੜ ਆਉਂਦਾ। ਉਸ ਦੇ ਗੁਰੂ ਨੇ ਕਿਹਾ, ਹਰ ਡਰ ਅਤੇ ਡਿਸਕੰਫਰਟ ਕੁਝ ਸਿਖਾਉਣ ਆਉਂਦੇ ਹਨ। ਜੇ ਤੂੰ ਉਹਨਾਂ ਨੂੰ ਗੱਲ ਲਾਵੇਂਗਾ ਤਾਂ ਤੂੰ ਮਜ਼ਬੂਤ ਬਣੇਗਾ, ਨਹੀਂ ਤਾਂ ਹਮੇਸ਼ਾ ਕਮਜ਼ੋਰ ਰਹੇਂਗਾ। ਇਹ ਸੁਣ ਕੇ ਨੌਜਵਾਨ ਨੇ ਆਪਣੇ ਡਰ ਨੂੰ ਸਵੀਕਾਰ ਕੀਤਾ ਅਤੇ ਆਖਰਕਾਰ ਪਹਾੜ ਦੀ ਚੋਟੀ ਤੱਕ ਪਹੁੰਚ ਗਿਆ। ਰਿਤੇਸ਼ ਨੇ ਸੋਚਿਆ, ਮੈਂ ਵੀ ਤਾਂ ਆਪਣੇ ਪ੍ਰੈਜ਼ੈਂਟੇਸ਼ਨ ਵਿੱਚ ਡਰ ਗੱਲ ਲਾਉਣ ਦੀ ਬਜਾਏ ਭੱਜ ਗਿਆ। ਉਸ ਨੂੰ ਯਾਦ ਆਇਆ ਕਿ ਸਕੂਲ ਵਿੱਚ ਵੀ ਉਹ ਪਬਲਿਕ ਸਪੀਕਿੰਗ ਤੋਂ ਡਰਦਾ ਸੀ, ਹਰ ਵਾਰੀ ਕਿਸੇ ਨਾ ਕਿਸੇ ਬਹਾਨੇ ਨਾਲ ਬਚ ਜਾਂਦਾ ਸੀ। ਉਸ ਡਰ ਨੇ ਉਸਦੇ ਕਈ ਮੌਕੇ ਖੋਹ ਲਏ। ਰਿਤੇਸ਼ ਨੇ ਸੋਚਿਆ, ਜੇ ਮੈਂ ਡਿਸਕੰਫਰਟ ਤੋਂ ਡਰਦਾ ਰਹਾਂਗਾ ਤਾਂ ਕਦੇ ਅੱਗੇ ਨਹੀਂ ਵਧ ਸਕਦਾ। ਅਗਲੇ ਦਿਨ ਆਫਿਸ ਵਿੱਚ ਉਸਨੇ ਫੈਸਲਾ ਕੀਤਾ ਕਿ ਉਹ ਆਪਣੇ ਆਪ ਨੂੰ ਇੱਕ ਛੋਟੇ ਚੈਲੰਜ ਲਈ ਤਿਆਰ ਕਰੇਗਾ। ਉਸ ਦੀ ਟੀਮ ਇੱਕ ਨਵੀਂ ਰਣਨੀਤੀ ਤੇ ਚਰਚਾ ਕਰ ਰਹੀ ਸੀ ਅਤੇ ਰਿਤੇਸ਼ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਿਆ। ਆਮ ਤੌਰ ਤੇ ਉਹ ਚੁੱਪ ਰਹਿੰਦਾ ਸੀ ਤੇ ਹੋਰਾਂ ਦੀਆਂ ਰਾਏ ਸੁਣ ਕੇ ਗੱਲ ਖਤਮ ਹੋਣ ਦਿੰਦਾ ਸੀ, ਪਰ ਇਸ ਵਾਰੀ ਉਸਨੇ ਆਪਣੇ ਡਰ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਗੱਲ ਰੱਖੀ। ਸ਼ੁਰੂ 'ਚ ਥੋੜੀ ਅਸੁਵਿਧਾ ਮਹਿਸੂਸ ਹੋਈ, ਪਰ ਜਿਵੇਂ-ਜਿਵੇਂ ਉਸਨੇ ਬੋਲਣਾ ਸ਼ੁਰੂ ਕੀਤਾ,
ਉਹ ਆਹਿਸਤਾ-ਆਹਿਸਤਾ ਆਤਮ ਵਿਸ਼ਵਾਸ ਨਾਲ ਭਰ ਗਿਆ। ਟੀਮ ਨੇ ਉਸ ਦੀ ਗੱਲ ਧਿਆਨ ਨਾਲ ਸੁਣੀ ਅਤੇ ਕੁਝ ਲੋਕਾਂ ਨੇ ਉਸ ਦੀ ਤਾਰੀਫ ਵੀ ਕੀਤੀ। ਰਿਤੇਸ਼ ਨੂੰ ਅਹਿਸਾਸ ਹੋਇਆ ਕਿ ਡਿਸਕੰਫਰਟ ਦਾ ਸਾਹਮਣਾ ਕਰਨਾ ਇੰਨਾ ਵੀ ਮੁਸ਼ਕਲ ਨਹੀਂ। ਸ਼ਾਮ ਨੂੰ ਘਰ ਆ ਕੇ ਉਸਨੇ ਨੋਟਬੁੱਕ ਵਿੱਚ ਲਿਖਿਆ, 1 ਡਿਸਕੰਫਰਟ ਮੈਨੂੰ ਸਿਖਾਉਣ ਆਉਂਦਾ ਹੈ। 2 ਇਹ ਮੈਨੂੰ ਆਪਣੀਆਂ ਹੱਦਾਂ ਪਾਰ ਕਰਨ ਦਾ ਸੰਕੇਤ ਦਿੰਦਾ ਹੈ। 3 ਇਸ ਤੋਂ ਭੱਜਣ ਦੀ ਬਜਾਏ ਮੈਨੂੰ ਇਹਨੂੰ ਗੱਲ ਲਾਉਣਾ ਚਾਹੀਦਾ ਹੈ। ਉਸਨੇ ਕਿਤਾਬ ਵਿੱਚ ਦਿੱਤਾ ਗਿਆ ਇੱਕ ਹੋਰ ਅਭਿਆਸ ਅਪਣਾਉਣ ਦਾ ਫੈਸਲਾ ਕੀਤਾ, ਹਰ ਰੋਜ਼ ਆਪਣੇ ਆਪ ਨੂੰ ਇੱਕ ਛੋਟੇ ਡਿਸਕੰਫਰਟ 'ਚ ਪਾਓ। ਪਹਿਲੇ ਦਿਨ ਉਸਨੇ ਠੰਡੇ ਪਾਣੀ ਨਾਲ ਨਹਾਉਣ ਦਾ ਫੈਸਲਾ ਕੀਤਾ। ਜਿੱਥੇ ਉਹ ਹਮੇਸ਼ਾ ਗਰਮ ਪਾਣੀ ਵਰਤਦਾ ਸੀ, ਠੰਡਾ ਪਾਣੀ ਸਰੀਰ ਤੇ ਪੈਂਦੇ ਹੀ ਪਹਿਲੇ ਕੁਝ ਸਕਿੰਟਾਂ 'ਚ ਉਸਨੂੰ ਬਹੁਤ ਅਸੁਖਦਾਈ ਲੱਗਿਆ, ਪਰ ਉਸਨੇ ਆਪਣੀ ਸਾਹ ਤੇ ਧਿਆਨ ਦਿੱਤਾ ਅਤੇ ਆਪਣੇ ਆਪ ਨੂੰ ਕਿਹਾ, ਇਹ ਅਸਥਾਈ ਹੈ, ਮੈਂ ਇਸ ਨੂੰ ਚੱਲ ਸਕਦਾ ਹਾਂ। ਕੁਝ ਸਮੇਂ ਬਾਅਦ ਉਸਨੂੰ ਠੰਡੇ ਪਾਣੀ ਦੀ ਆਦਤ ਪੈ ਗਈ। ਰਿਤੇਸ਼ ਨੇ ਮਹਿਸੂਸ ਕੀਤਾ ਕਿ ਐਸੇ ਛੋਟੇ ਡਿਸਕੰਫਰਟ ਰਾਹੀਂ ਉਸ ਦਾ ਆਤਮ ਵਿਸ਼ਵਾਸ ਵੱਧ ਰਿਹਾ ਸੀ। ਹੁਣ ਉਹ ਵੱਡੀਆਂ ਅਣਸੁਖਦਾਈ ਸਥਿਤੀਆਂ ਨੂੰ ਵੀ ਸਵੀਕਾਰ ਕਰਨ ਲੱਗ ਪਿਆ ਸੀ। ਕੁਝ ਦਿਨਾਂ ਬਾਅਦ ਆਫਿਸ 'ਚ ਫਿਰ ਇੱਕ ਪ੍ਰੈਜ਼ੈਂਟੇਸ਼ਨ ਦਾ ਮੌਕਾ ਆਇਆ। ਇਸ ਵਾਰੀ ਰਿਤੇਸ਼ ਨੇ ਆਪ ਅੱਗੇ ਵੱਧ ਕੇ ਕਿਹਾ, ਮੈਂ ਇਹ ਪ੍ਰੈਜ਼ੈਂਟੇਸ਼ਨ ਸੰਭਾਲਾਂਗਾ। ਟੀਮ ਹੈਰਾਨ ਰਹਿ ਗਈ ਕਿਉਂਕਿ ਪਹਿਲੀ ਵਾਰੀ ਉਹ ਘਬਰਾ ਗਿਆ ਸੀ। ਪਰ ਇਸ ਵਾਰੀ ਰਿਤੇਸ਼ ਨੇ ਪੂਰੀ ਤਿਆਰੀ ਕੀਤੀ ਸੀ ਅਤੇ ਪ੍ਰੈਜ਼ੈਂਟੇਸ਼ਨ ਤੋਂ ਪਹਿਲਾਂ ਆਪਣੇ ਆਪ ਨੂੰ ਯਾਦ ਕਰਵਾਇਆ, ਜੇ ਕੁਝ ਗਲਤ ਵੀ ਹੋਇਆ ਤਾਂ ਇਹ ਇੱਕ ਅਨੁਭਵ ਹੋਵੇਗਾ, ਮੈਨੂੰ ਇਸ ਨੂੰ ਸਿੱਖਣ ਦਾ ਮੌਕਾ ਸਮਝਣਾ ਚਾਹੀਦਾ ਹੈ। ਰਿਤੇਸ਼ ਨੇ ਪ੍ਰੈਜ਼ੈਂਟੇਸ਼ਨ ਦਿੱਤਾ ਅਤੇ ਕਲਾਇੰਟਸ ਨੇ ਉਸ ਦੀ ਤਾਰੀਫ ਕੀਤੀ। ਭਾਵੇਂ ਸਭ ਕੁਝ ਪੂਰੀ ਤਰ੍ਹਾਂ ਪਰਫੈਕਟ ਨਹੀਂ ਸੀ, ਪਰ ਉਸਨੇ ਹਾਲਾਤਾਂ ਨੂੰ ਸੰਭਾਲ ਲਿਆ। ਉਸਨੇ ਮਹਿਸੂਸ ਕੀਤਾ ਕਿ ਹੁਣ ਡਿਸਕੰਫਰਟ ਉਸ ਨੂੰ ਡਰਾਉਂਦਾ ਨਹੀਂ ਸੀ, ਸਗੋਂ ਉਹ ਇਸ ਨੂੰ ਇੱਕ ਚੁਣੌਤੀ ਵਜੋਂ ਵੇਖਦਾ ਜੋ ਉਸ ਨੂੰ ਨਿਖਾਰ ਰਹੀ ਸੀ। ਰਾਤ ਨੂੰ ਰਿਤੇਸ਼ ਨੇ ਆਪਣੀ ਗ੍ਰੈਟਿਟਿਊਡ ਵਿੱਚ ਲਿਖਿਆ, 1 ਮੈਂ ਥੈਂਕਫੁਲ ਹਾਂ ਕਿ ਮੈਂ ਡਿਸਕੰਫਰਟ ਦਾ ਸਾਹਮਣਾ ਕੀਤਾ ਅਤੇ ਉਸ ਤੋਂ ਸਿੱਖਿਆ। 2 ਅੱਜ ਮੈਂ ਆਪਣੇ ਡਰ ਤੋਂ ਆਜ਼ਾਦ ਹੋਇਆ ਜੋ ਮੈਨੂੰ ਕਮਜ਼ੋਰ ਕਰ ਰਿਹਾ ਸੀ। 3 ਹੁਣ ਮੈਂ ਹਰ ਚੁਣੌਤੀ ਨੂੰ ਇੱਕ ਗਰੋਥ ਮੌਕਾ ਵਜੋਂ ਵੇਖਾਂਗਾ। ਵੈਲਕਮ ਡਿਸਕੰਫਰਟ ਦਾ ਇਹ ਪਾਠ ਰਿਤੇਸ਼ ਲਈ ਗੇਮ ਚੇਂਜਰ ਸਾਬਤ ਹੋਇਆ। ਉਸਨੇ ਸਮਝ ਲਿਆ ਸੀ ਕਿ ਡਿਸਕੰਫਰਟ ਤੋਂ ਭੱਜਣ ਦੀ ਬਜਾਏ ਉਸ ਨੂੰ ਗਲੇ ਲਾਉਣਾ ਚਾਹੀਦਾ ਹੈ। ਹਰ ਵਾਰੀ ਜਦ ਉਹ ਅਸੁਵਿਧਾ ਨੂੰ ਅਪਣਾਉਂਦਾ, ਉਸ ਨੂੰ ਮਹਿਸੂਸ ਹੁੰਦਾ ਕਿ ਉਹ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋ ਗਿਆ ਹੈ। ਪਰ ਰਿਤੇਸ਼ ਨੂੰ ਪਤਾ ਸੀ ਕਿ ਇਹ ਯਾਤਰਾ ਇੱਥੇ ਖਤਮ ਨਹੀਂ ਹੁੰਦੀ। ਕਿਤਾਬ ਵਿੱਚ ਹੋਰ ਵੀ ਪਾਠ ਬਾਕੀ ਸਨ ਤੇ ਉਹ ਹਰ ਰੋਜ਼ ਆਪਣੇ ਆਪ ਨੂੰ ਹੋਰ ਬਿਹਤਰ ਬਣਾਉਣ ਲਈ ਤਿਆਰ ਕਰ ਰਿਹਾ ਸੀ। ਰਿਤੇਸ਼ ਦੇ ਜੀਵਨ ਵਿੱਚ ਬਦਲਾਅ ਦੀ ਇੱਕ ਨਵੀਂ ਲਹਿਰ ਆ ਚੁੱਕੀ ਸੀ। ਐਮਬਰੇਸ ਇਨਪਰਮੈਨੈਂਸ, ਪ੍ਰੈਕਟਿਸ ਗ੍ਰੈਟਿਟਿਊਡ, ਕੰਫਰਟ ਡਿਸਕੰਫਰਟ, ਇਹ ਸਭ ਕੁਝ ਉਸ ਨੂੰ ਵਧੀਆ ਜੀਵਨ ਜਿਉਣ ਦੀ ਦਿਸ਼ਾ ਦੇ ਰਹੇ ਸਨ। ਉਹ ਹੁਣ ਹੋਰ ਠੰਡਾ, ਮਜ਼ਬੂਤ ਅਤੇ ਸਮਝਦਾਰ ਮਹਿਸੂਸ ਕਰ ਰਿਹਾ ਸੀ। ਪਰ ਜ਼ਿੰਦਗੀ ਹਮੇਸ਼ਾ ਨਵੀਆਂ ਚੁਣੌਤੀਆਂ ਨਾਲ ਭਰੀ ਰਹਿੰਦੀ ਹੈ। ਇੱਕ ਦਿਨ ਜਦ ਉਹ ਆਫਿਸ ਵਿੱਚ ਕੰਪਿਊਟਰ ਤੇ ਕੰਮ ਕਰ ਰਿਹਾ ਸੀ, ਉਸ ਦੇ ਬੌਸ ਨੇ ਉਸ ਨੂੰ ਬੁਲਾਇਆ ਤੇ ਦੱਸਿਆ ਕਿ ਜਿਸ ਪ੍ਰੋਜੈਕਟ ਤੇ ਉਹ ਮਹੀਨਿਆਂ ਤੋਂ ਮਿਹਨਤ ਕਰ ਰਿਹਾ ਸੀ, ਹੁਣ ਕੈਂਸਲ ਹੋ ਗਿਆ ਹੈ। ਕਲਾਇੰਟ ਨੇ ਦਿਸ਼ਾ ਬਦਲਣ ਦਾ ਫੈਸਲਾ ਕੀਤਾ ਹੈ ਤੇ ਹੁਣ ਇਸ ਤੇ ਹੋਰ ਸਮਾਂ ਨਹੀਂ ਲਗਾਇਆ ਜਾਵੇਗਾ। ਇਹ ਸੁਣ ਕੇ ਰਿਤੇਸ਼ ਦੀ ਰੂਹ ਕੰਬ ਗਈ। ਉਹ ਪ੍ਰੋਜੈਕਟ ਉਸ ਦੀ ਮਿਹਨਤ ਦੀ ਨਿਸ਼ਾਨੀ ਸੀ, ਜਿਸ ਲਈ ਉਸਨੇ ਆਪਣੀਆਂ ਛੁੱਟੀਆਂ ਤੱਕ ਕੁਰਬਾਨ ਕਰ ਦਿੱਤੀਆਂ ਸਨ। ਘਰ ਆ ਕੇ ਉਸਨੇ ਕਿਤਾਬ ਖੋਲੀ। ਅੱਜ ਦਾ ਪਾਠ ਸੀ, ਜਾਣਨਾ ਕਿੱਦਾਂ ਛੱਡਣਾ ਹੈ। ਕਿਤਾਬ ਵਿੱਚ ਲਿਖਿਆ ਸੀ, ਸਮਾਂ ਸਮਝਣਾ ਕਿ ਕੀ ਛੱਡਣਾ ਚਾਹੀਦਾ ਹੈ ਜੋ ਹੁਣ ਸਾਡੀ ਸੇਵਾ ਨਹੀਂ ਕਰਦਾ, ਇੱਕ ਸਮਝਦਾਰੀ ਹੁੰਦੀ ਹੈ। ਲੈਟਿੰਗ ਗੋ ਮਤਲਬ ਨਾਕਾਮੀ ਨਹੀਂ ਹੁੰਦੀ, ਬਲਕਿ ਨਵੀਂ ਯਾਤਰਾ ਦੀ ਸ਼ੁਰੂਆਤ ਹੁੰਦੀ ਹੈ। ਰਿਤੇਸ਼ ਨੇ ਕਿਤਾਬ ਬੰਦ ਕੀਤੀ ਤੇ ਇੱਕ ਡੂੰਘੀ ਸਾਹ ਲਿਆ। ਉਸ ਦੇ ਮਨ ਵਿੱਚ ਆਇਆ, ਛੱਡਣਾ ਤਾਂ ਮਾਨੋ ਹਾਰ ਮੰਨਣ ਵਰਗਾ ਲੱਗਦਾ ਹੈ। ਰਿਤੇਸ਼ ਨੇ ਆਪਣੇ ਆਪ ਨੂੰ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਜੋ ਉਹ ਸਿੱਖਿਆ ਸੀ, ਉਹ ਇਸ ਸਥਿਤੀ ਵਿੱਚ ਉਸ ਦੀ ਮਦਦ ਕਰ ਸਕਦਾ ਹੈ। ਉਸਨੇ ਫੇਰ ਕਿਤਾਬ ਖੋਲੀ ਅਤੇ ਪੜ੍ਹਨਾ ਜਾਰੀ ਰੱਖਿਆ। ਕਿਤਾਬ ਵਿੱਚ ਇੱਕ ਕਹਾਣੀ ਸੀ, ਇੱਕ ਨਾਵਿਕ ਦੀ ਜੋ ਸਮੁੰਦਰ ਵਿੱਚ ਤੂਫਾਨ ਦਾ ਸਾਹਮਣਾ ਕਰ ਰਿਹਾ ਸੀ। ਉਸ ਦੀ ਨੌਕ ਵਿੱਚ ਬਹੁਤ ਵੱਧ ਸਮਾਨ ਸੀ ਅਤੇ ਉਹ ਜਾਣਦਾ ਸੀ ਕਿ ਜੇਕਰ ਉਸਨੇ ਇਹ ਸਮਾਨ ਨਾ ਸੁੱਟਿਆ ਤਾਂ ਨੌਕ ਡੁੱਬ ਜਾਵੇਗੀ। ਪਰ ਉਹ ਸਮਾਨ ਉਸ ਦੀ ਕਮਾਈ ਸੀ, ਜਿਸ ਨੂੰ ਛੱਡਣਾ ਔਖਾ ਸੀ। ਆਖਿਰਕਾਰ ਉਸਨੇ ਆਪਣੀ ਜਾਨ ਬਚਾਉਣ ਲਈ ਸਮਾਨ ਸੁੱਟ ਦਿੱਤਾ ਤੇ ਸੁਰੱਖਿਅਤ ਤੱਟ ਤੇ ਪਹੁੰਚ ਗਿਆ। ਉਸਨੇ ਮਹਿਸੂਸ ਕੀਤਾ ਕਿ ਸਮਾਨ ਤਾਂ ਫਿਰ ਕਮਾਇਆ ਜਾ ਸਕਦਾ ਸੀ, ਪਰ ਜਾਨ ਨਾ ਬਚੀ ਹੁੰਦੀ ਤਾਂ ਸਭ ਕੁਝ ਖਤਮ ਹੋ ਜਾਂਦਾ। ਰਿਤੇਸ਼ ਨੂੰ ਇਹ ਕਹਾਣੀ ਆਪਣੇ ਪ੍ਰੋਜੈਕਟ ਨਾਲ ਮਿਲਦੀ ਜੁਲਦੀ ਲੱਗੀ। ਉਸਨੇ ਸੋਚਿਆ ਕਿ ਹੋ ਸਕਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਇਸ ਪ੍ਰੋਜੈਕਟ ਨੂੰ ਛੱਡਣ ਦਾ। ਇਹ ਉਸ ਲਈ ਮਹੱਤਵਪੂਰਨ ਸੀ, ਪਰ ਹੁਣ ਇਹ ਅੱਗੇ ਨਹੀਂ ਵਧ ਰਿਹਾ। ਇਸ ਦਾ ਮਤਲਬ ਇਹ ਨਹੀਂ ਕਿ ਮੇਰੀ ਮਿਹਨਤ ਬੇਕਾਰ ਗਈ, ਸ਼ਾਇਦ ਇਹ ਇੱਕ ਨਵੀਂ ਸ਼ੁਰੂਆਤ ਦਾ ਸੰਕੇਤ ਹੈ। ਉਸਨੇ ਮਹਿਸੂਸ ਕੀਤਾ ਕਿ ਅਸੀਂ ਅਕਸਰ ਚੀਜ਼ਾਂ ਨੂੰ ਇਸ ਕਰਕੇ ਫੜੇ ਰੱਖਦੇ ਹਾਂ ਕਿਉਂਕਿ ਸਾਨੂੰ ਲੱਗਦਾ ਹੈ ਕਿ ਛੱਡਣਾ ਮਤਲਬ ਹਾਰ ਮੰਨਣਾ ਹੈ। ਪਰ ਹਰ ਵਾਰੀ ਇਹ ਸੱਚ ਨਹੀਂ ਹੁੰਦਾ, ਕਈ ਵਾਰੀ ਛੱਡਣਾ ਹੀ ਸਾਨੂੰ ਅੱਗੇ ਵਧਣ ਦਾ ਮੌਕਾ ਦਿੰਦਾ ਹੈ। ਉਸ ਰਾਤ ਰਿਤੇਸ਼ ਨੇ ਆਪਣੇ ਜੀਵਨ ਦੇ ਤਜਰਬਿਆਂ ਬਾਰੇ ਸੋਚਿਆ। ਉਸ ਨੂੰ ਯਾਦ ਆਇਆ ਕਿ ਸਕੂਲ ਸਮੇਂ ਵਿੱਚ ਉਹ ਪੇਂਟਿੰਗ ਦਾ ਬਹੁਤ ਸ਼ੌਕੀਨ ਸੀ। ਕਈ ਮੁਕਾਬਲਿਆਂ ਵਿੱਚ ਭਾਗ ਲਿਆ, ਇਨਾਮ ਜਿੱਤੇ, ਪਰ ਵੱਡਾ ਹੁੰਦੇ ਹੋਏ ਉਸ ਦੀਆਂ ਤਰਜੀਹਾਂ ਬਦਲ ਗਈਆਂ। ਉਸਨੇ ਪੇਂਟਿੰਗ ਛੱਡ ਦਿੱਤੀ ਤੇ ਪੜ੍ਹਾਈ ਤੇ ਕਰੀਅਰ ਵੱਲ ਧਿਆਨ ਦੇਣ ਲੱਗ ਪਿਆ। ਪਹਿਲਾਂ ਉਸ ਨੂੰ ਲੱਗਦਾ ਸੀ ਕਿ ਇਹ ਗਲਤੀ ਸੀ,
ਪਰ ਹੁਣ ਉਸਨੇ ਮਹਿਸੂਸ ਕੀਤਾ ਕਿ ਜੇਕਰ ਉਹ ਪੇਂਟਿੰਗ ਦੇ ਪਿੱਛੇ ਲੱਗਾ ਰਹਿੰਦਾ ਤਾਂ ਸ਼ਾਇਦ ਕਰੀਅਰ ਵਿੱਚ ਇੰਨੀ ਮਿਹਨਤ ਨਾ ਕਰ ਸਕਦਾ। ਉਸਨੇ ਕਿਤਾਬ ਤੋਂ ਇੱਕ ਹੋਰ ਵਾਕ ਪੜ੍ਹਿਆ, ਲੈਟਿੰਗ ਗੋ ਇਜ਼ ਨਾਟ ਅਬਾਊਟ ਗਿਵਿੰਗ ਅਪ, ਇਟਸ ਅਬਾਊਟ ਮੇਕਿੰਗ ਸਪੇਸ ਫॉर ਸਮਥਿੰਗ ਨਿਊ ਟੂ ਬਲੂਮ। ਇਹ ਵਾਕ ਉਸਦੇ ਦਿਲ ਨੂੰ ਛੂ ਗਿਆ। ਉਸਨੇ ਸੋਚਿਆ ਕਿ ਹਰ ਵਾਰੀ ਜਦੋਂ ਉਸਨੇ ਕੁਝ ਛੱਡਿਆ ਹੈ, ਕੁਝ ਨਵਾਂ ਅਤੇ ਹੋਰ ਚੰਗਾ ਉਸਦੀ ਜ਼ਿੰਦਗੀ ਵਿੱਚ ਆਇਆ ਹੈ। ਅਗਲੇ ਦਿਨ ਰਿਤੇਸ਼ ਨੇ ਦਫ਼ਤਰ ਵਿੱਚ ਆਪਣੇ ਪੁਰਾਣੇ ਪ੍ਰੋਜੈਕਟ ਦੀਆਂ ਫਾਈਲਾਂ ਬੰਦ ਕਰਨ ਦਾ ਕੰਮ ਸ਼ੁਰੂ ਕੀਤਾ। ਸ਼ੁਰੂ ਵਿੱਚ ਉਸਨੂੰ ਥੋੜਾ ਭਾਰੀਪਨ ਮਹਿਸੂਸ ਹੋਇਆ, ਪਰ ਜਿਵੇਂ-ਜਿਵੇਂ ਦਿਨ ਲੰਘਿਆ ਉਹ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਨ ਲੱਗ ਪਿਆ। ਉਸਨੇ ਸੋਚਿਆ, ਹੁਣ ਮੈਂ ਨਵੇਂ ਪ੍ਰੋਜੈਕਟਸ ਵੱਲ ਧਿਆਨ ਦੇ ਸਕਦਾ ਹਾਂ। ਇਹ ਅੰਤ ਨਹੀਂ, ਸਗੋਂ ਇੱਕ ਨਵੀਂ ਸ਼ੁਰੂਆਤ ਹੈ। ਉਸਨੇ ਫਿਰ ਇੱਕ ਹੋਰ ਕਦਮ ਚੁੱਕਿਆ। ਉਸਨੇ ਆਪਣੇ ਇੱਕ ਪੁਰਾਣੇ ਦੋਸਤ ਨੂੰ ਫੋਨ ਕੀਤਾ ਜਿਸ ਨਾਲ ਸਾਲਾਂ ਪਹਿਲਾਂ ਮਨਮੁਟਾਅ ਹੋ ਗਿਆ ਸੀ। ਰਿਤੇਸ਼ ਜਾਣਦਾ ਸੀ ਕਿ ਇਸ ਰਿਸ਼ਤੇ ਨੂੰ ਜ਼ਬਰਦਸਤੀ ਖਿੱਚ ਕੇ ਰੱਖਣ ਦਾ ਕੋਈ ਫਾਇਦਾ ਨਹੀਂ। ਉਸਨੇ ਦੋਸਤ ਨੂੰ ਕਿਹਾ, ਯਾਰ ਜੋ ਵੀ ਹੋਇਆ ਭੁੱਲ ਜਾ, ਹੁਣ ਅੱਗੇ ਵਧੀਏ। ਦੋਸਤ ਨੇ ਵੀ ਮਾਫੀ ਮੰਗੀ ਅਤੇ ਦੋਹਾਂ ਨੇ ਇੱਕ ਨਵੀਂ ਸ਼ੁਰੂਆਤ ਕੀਤੀ। ਰਿਤੇਸ਼ ਨੇ ਮਹਿਸੂਸ ਕੀਤਾ ਕਿ ਸਿਰਫ ਚੀਜ਼ਾਂ ਹੀ ਨਹੀਂ, ਪੁਰਾਣੀਆਂ ਗਿਲੇ ਸ਼ਿਕਵੇ ਅਤੇ ਟੁੱਟੇ ਰਿਸ਼ਤੇ ਵੀ ਕਦੇ-ਕਦੇ ਛੱਡਣੇ ਪੈਂਦੇ ਹਨ। ਉਸਨੇ ਆਪਣੀ ਨੋਟਬੁੱਕ ਵਿੱਚ ਲਿਖਿਆ, 1 ਛੱਡਣਾ ਮਤਲਬ ਨਾਕਾਮੀ ਨਹੀਂ, ਇਹ ਨਵੀਆਂ ਚੀਜ਼ਾਂ ਲਈ ਤਿਆਰੀ ਹੈ। 2 ਹਰ ਚੀਜ਼ ਸਦਾ ਲਈ ਨਹੀਂ ਰਹਿੰਦੀ ਅਤੇ ਇਹ ਠੀਕ ਹੈ। 3 ਮੈਂ ਆਪਣੀ ਜ਼ਿੰਦਗੀ ਵਿੱਚ ਨਵੀਆਂ ਚੀਜ਼ਾਂ ਲਈ ਥਾਂ ਬਣਾਉਣੀ ਚਾਹੀਦੀ ਹੈ। ਇੱਕ ਹਫ਼ਤੇ ਬਾਅਦ ਰਿਤੇਸ਼ ਨੇ ਦਫ਼ਤਰ ਵਿੱਚ ਇੱਕ ਨਵੇਂ ਅਤੇ ਹੋਰ ਵੀ ਵੱਡੇ ਤੇ ਚੁਣੌਤੀਪੂਰਨ ਪ੍ਰੋਜੈਕਟ ਉੱਤੇ ਕੰਮ ਕਰਨਾ ਸ਼ੁਰੂ ਕੀਤਾ। ਉਸਨੇ ਮਹਿਸੂਸ ਕੀਤਾ ਕਿ ਪੁਰਾਣਾ ਪ੍ਰੋਜੈਕਟ ਛੱਡਣ ਨਾਲ ਉਹ ਇਸ ਨਵੀਂ ਸ਼ੁਰੂਆਤ ਲਈ ਤਿਆਰ ਹੋ ਗਿਆ ਸੀ। ਰਾਤ ਨੂੰ ਆਪਣੇ ਕਮਰੇ ਵਿੱਚ ਬੈਠ ਕੇ ਉਸਨੇ ਫਿਰ ਕਿਤਾਬ ਦੇ ਪੰਨੇ ਪਲਟੇ ਅਤੇ ਮਹਿਸੂਸ ਕੀਤਾ ਕਿ ਵਾਲਾ ਲੈਸਨ ਸਿਰਫ ਕੰਮ ਲਈ ਨਹੀਂ, ਸਗੋਂ ਜ਼ਿੰਦਗੀ ਦੇ ਹਰ ਪੱਲੂ ਲਈ ਲਾਗੂ ਹੁੰਦਾ ਹੈ। ਇਹ ਲੈਸਨ ਉਸਨੂੰ ਹਮੇਸ਼ਾ ਯਾਦ ਦਿਲਾਵੇਗਾ ਕਿ ਕੁਝ ਛੱਡਣਾ ਕਿਸੇ ਨਵੀਂ ਚੀਜ਼ ਨੂੰ ਪਾਉਣ ਦਾ ਮੌਕਾ ਹੁੰਦਾ ਹੈ। ਹੁਣ ਰਿਤੇਸ਼ ਦੀ ਜ਼ਿੰਦਗੀ ਹੋਰ ਤੋਂ ਵੱਧ ਸੰਤੁਲਿਤ ਤੇ ਸੁਧਰੀ ਹੋ ਚੁੱਕੀ ਸੀ। ਉਸਨੇ ਨੂੰ ਦਿਲੋਂ ਅਪਣਾ ਲਿਆ ਸੀ। ਪੁਰਾਣਾ ਪ੍ਰੋਜੈਕਟ ਛੱਡਣ ਤੋਂ ਬਾਅਦ ਉਹ ਸਿਰਫ ਨਵੇਂ ਕੰਮ ਵਿੱਚ ਹੀ ਨਹੀਂ ਲੱਗਿਆ ਸੀ, ਸਗੋਂ ਆਪਣੇ ਰਿਸ਼ਤਿਆਂ ਅਤੇ ਭਾਵਨਾਵਾਂ ਵਿੱਚ ਵੀ ਹਲਕਾਪਨ ਮਹਿਸੂਸ ਕਰਨ ਲੱਗ ਪਿਆ ਸੀ। ਪਰ ਜਿਵੇਂ ਕਿ ਜ਼ਿੰਦਗੀ ਹਮੇਸ਼ਾ ਚੁਣੌਤੀਆਂ ਲਿਆਉਂਦੀ ਹੈ, ਇੱਕ ਨਵੀਂ ਚੁਣੌਤੀ ਉਸ ਦੀ ਰਾਹ ਵਿੱਚ ਆ ਖੜੀ ਹੋਈ। ਦਫ਼ਤਰ ਵਿੱਚ ਇੱਕ ਵੱਡਾ ਕਲਾਇੰਟ ਪ੍ਰੋਜੈਕਟ ਚੱਲ ਰਿਹਾ ਸੀ ਅਤੇ ਇਸ ਵਾਰ ਰਿਤੇਸ਼ ਨੂੰ ਟੀਮ ਦਾ ਨੇਤਵ ਕਰਨਾ ਸੀ। ਇਹ ਉਹ ਮੌਕਾ ਸੀ ਜਿਸ ਦੀ ਰਿਤੇਸ਼ ਲੰਮੇ ਸਮੇਂ ਤੋਂ ਉਡੀਕ ਕਰ ਰਿਹਾ ਸੀ, ਪਰ ਜਿਵੇਂ ਕਿ ਪ੍ਰੋਜੈਕਟ ਵੱਡਾ ਸੀ, ਉਹਨਾਂ ਹੀ ਵੱਧ ਜਟਿਲਤਾਵਾਂ ਵੀ ਨਾਲ ਆਈਆਂ। ਟੀਮ ਵਿੱਚ ਮਤਭੇਦ, ਕਲਾਇੰਟ ਦੀਆਂ ਲਗਾਤਾਰ ਬਦਲਦੀਆਂ ਮੰਗਾਂ ਅਤੇ ਸਮੇਂ ਦੀ ਕੜੀ ਪਾਬੰਦੀ, ਇਹ ਸਭ ਰਿਤੇਸ਼ ਲਈ ਤਣਾਅ ਦਾ ਕਾਰਨ ਬਣ ਗਏ। ਇੱਕ ਸ਼ਾਮ ਜਦ ਰਿਤੇਸ਼ ਥੱਕ ਕੇ ਘਰ ਆਇਆ, ਉਸਨੇ ਕਿਤਾਬ ਚੁੱਕੀ। ਉਸ ਦਿਨ ਦਾ ਪਾਠ ਸੀ। ਉਹ ਪੜ੍ਹਨ ਲੱਗ ਪਿਆ, ਸਹੀ ਚੁਣੌਤੀਆਂ ਨੂੰ ਖੁਸ਼ੀ ਦੇ ਰਸਤੇ ਵਿੱਚ ਰੁਕਾਵਟਾਂ ਨਹੀਂ, ਬਲਕਿ ਉਸ ਰਸਤੇ ਦਾ ਇੱਕ ਮਹੱਤਵਪੂਰਨ ਹਿੱਸਾ ਸਮਝੋ। ਹਰ ਚੁਣੌਤੀ ਇੱਕ ਨਵਾਂ ਮੌਕਾ ਲਿਆਉਂਦੀ ਹੈ ਆਪਣੇ ਆਪ ਨੂੰ ਜਾਣਨ ਅਤੇ ਵਿਕਾਸ ਕਰਨ ਦਾ। ਰਿਤੇਸ਼ ਨੇ ਡੂੰਘੀ ਸਾਹ ਲਿਆ ਤੇ ਸੋਚਿਆ ਕਿ ਇੰਨਾ ਆਸਾਨ ਹੈ, ਪਰ ਪਿਛਲੇ ਲੈਸਨਸ ਨੇ ਉਸ ਨੂੰ ਕਿਤਾਬ ਨੂੰ ਧਿਆਨ ਨਾਲ ਪੜ੍ਹਨ ਲਈ ਉਤਸ਼ਾਹਿਤ ਕੀਤਾ। ਕਿਤਾਬ ਵਿੱਚ ਇੱਕ ਕਹਾਣੀ ਸੀ ਕਿ ਕਿਵੇਂ ਇੱਕ ਰਾਜੇ ਨੇ ਰਾਜਪਥ ਉੱਤੇ ਇੱਕ ਵੱਡਾ ਪੱਥਰ ਰਖਵਾਇਆ। ਸਾਰੇ ਲੋਕ ਉਸ ਪੱਥਰ ਨੂੰ ਲਾਨਤ ਦਿੰਦੇ ਹੋਏ ਲੰਘ ਜਾਂਦੇ, ਪਰ ਇੱਕ ਗਰੀਬ ਕਿਸਾਨ ਨੇ ਕੋਸ਼ਿਸ਼ ਕਰਕੇ ਉਹ ਪੱਥਰ ਹਟਾਇਆ। ਪਿੱਠ ਦਰਦ ਕਰਦੀ ਰਹੀ, ਪਸੀਨਾ ਆਉਂਦਾ ਰਿਹਾ, ਪਰ ਉਹ ਰੁਕਿਆ ਨਹੀਂ। ਅੰਤ ਵਿੱਚ ਪੱਥਰ ਹੇਠਾਂ ਉਸ ਨੂੰ ਸੋਨੇ ਦੀ ਥੈਲੀ ਅਤੇ ਇੱਕ ਚਿੱਠੀ ਮਿਲੀ ਜਿਸ ਵਿੱਚ ਲਿਖਿਆ ਸੀ ਕਿ ਹਰ ਚੁਣੌਤੀ ਤੈਨੂੰ ਕੁਝ ਸਿਖਾਉਣ ਅਤੇ ਇਨਾਮ ਦੇਣ ਲਈ ਆਉਂਦੀ ਹੈ। ਜੇ ਹਾਰ ਮੰਨ ਲਏ ਤਾਂ ਨਾ ਕੁਝ ਸਿੱਖ ਸਕਦੇ ਹਾਂ, ਨਾ ਕੁਝ ਪਾ ਸਕਦੇ ਹਾਂ। ਰਿਤੇਸ਼ ਨੂੰ ਇਹ ਕਹਾਣੀ ਬਹੁਤ ਪ੍ਰੇਰਨਾਦਾਇਕ ਲੱਗੀ। ਉਸਨੇ ਸੋਚਿਆ, ਸ਼ਾਇਦ ਮੇਰੀਆਂ ਚੁਣੌਤੀਆਂ ਵੀ ਮੈਨੂੰ ਕੁਝ ਸਿਖਾਉਣ ਲਈ ਆਈਆਂ ਹਨ, ਪਰ ਮੈਂ ਉਹਨਾਂ ਨੂੰ ਸਿਰਫ ਪਰੇਸ਼ਾਨੀ ਵਜੋਂ ਦੇਖ ਰਿਹਾ ਹਾਂ। ਅਗਲੇ ਦਿਨ ਦਫ਼ਤਰ ਵਿੱਚ ਰਿਤੇਸ਼ ਨੇ ਨਵੀਂ ਦ੍ਰਿਸ਼ਟੀ ਨਾਲ ਕੰਮ ਕਰਨ ਦਾ ਫੈਸਲਾ ਕੀਤਾ। ਸਭ ਤੋਂ ਪਹਿਲਾਂ ਉਸਨੇ ਆਪਣੀ ਟੀਮ ਨਾਲ ਮੀਟਿੰਗ ਕੀਤੀ ਤੇ ਕਿਹਾ, ਮੈਨੂੰ ਪਤਾ ਹੈ ਇਹ ਪ੍ਰੋਜੈਕਟ ਮੁਸ਼ਕਲ ਹੈ, ਪਰ ਆਓ ਇਸ ਨੂੰ ਇੱਕ ਚੈਲੰਜ ਵਜੋਂ ਲਵਾਂ। ਜੋ ਵੀ ਸਮੱਸਿਆ ਆਉਣਗੀਆਂ, ਅਸੀਂ ਮਿਲ ਕੇ ਹੱਲ ਕਰਾਂਗੇ। ਟੀਮ ਨੂੰ ਵੀ ਰਿਤੇਸ਼ ਦਾ ਨਜ਼ਰੀਆ ਪਸੰਦ ਆਇਆ। ਹੌਲੀ-ਹੌਲੀ ਉਹਨਾਂ ਨੇ ਮਿਲ ਕੇ ਸਮੱਸਿਆਵਾਂ ਨੂੰ ਹੱਲ ਕਰਨਾ ਸ਼ੁਰੂ ਕਰ ਦਿੱਤਾ। ਜਦ ਕਲਾਇੰਟ ਅਚਾਨਕ ਬਦਲਾਅ ਮੰਗਦਾ ਤਾਂ ਰਿਤੇਸ਼ ਨੇ ਇਸ ਨੂੰ ਝੁੰਝਲਾਟ ਦੀ ਥਾਂ ਲਚਕੀਲੇ ਬਣਨ ਦੀ ਅਭਿਆਸ ਵਜੋਂ ਲਿਆ। ਜਦ ਟੀਮ ਮੈਂਬਰ ਕਿਸੇ ਗੱਲ ਤੇ ਅਸਹਿਮਤ ਹੁੰਦੇ ਤਾਂ ਉਹ ਸੋਚਦਾ ਕਿ ਇਹ ਇੱਕ ਮੌਕਾ ਹੈ ਕਿ ਕਿਵੇਂ ਵੱਖ-ਵੱਖ ਸੋਚਾਂ ਨਾਲ ਹੋਰ ਵਧੀਆ ਹੱਲ ਨਿਕਲ ਸਕਦੇ ਹਨ। ਰਿਤੇਸ਼ ਨੇ ਮਹਿਸੂਸ ਕੀਤਾ ਕਿ ਜਦੋਂ ਉਸਨੇ ਮੁਸ਼ਕਲਾਂ ਨੂੰ ਸਿਰਫ ਸਮੱਸਿਆ ਵਜੋਂ ਦੇਖਣਾ ਛੱਡ ਦਿੱਤਾ ਤਾਂ ਉਹ ਹੌਲੀ-ਹੌਲੀ ਸੁਲਝਣ ਲੱਗ ਪਈਆਂ। ਉਸਨੇ ਆਪਣੀ ਨੋਟਬੁੱਕ ਵਿੱਚ ਲਿਖਿਆ, 1 ਹਰ ਸਮੱਸਿਆ ਮੈਨੂੰ ਕੁਝ ਸਿਖਾਉਣ ਲਈ ਆਉਂਦੀ ਹੈ। 2 ਮੁਸ਼ਕਲਾਂ ਮੇਰੀ ਸੋਚ ਅਤੇ ਸਮਰੱਥਾ ਦਾ ਵਿਸਤਾਰ ਕਰਦੀਆਂ ਹਨ। 3 ਚੁਣੌਤੀਆਂ ਅਸਥਾਈ ਹੁੰਦੀਆਂ ਹਨ, ਪਰ ਉਹਨਾਂ ਤੋਂ ਮਿਲੀ ਸਿੱਖਿਆ ਸਦਾ ਨਾਲ ਰਹਿੰਦੀ ਹੈ। ਇੱਕ ਦਿਨ ਪ੍ਰੋਜੈਕਟ ਦੌਰਾਨ ਟੀਮ ਨੂੰ ਇੱਕ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜੋ ਇੰਨੀ ਜਟਿਲ ਸੀ ਕਿ ਟੀਮ ਨਿਰਾਸ਼ ਹੋ ਗਈ। ਰਿਤੇਸ਼ ਨੂੰ ਵੀ ਇੱਕ ਪਲ ਲਈ ਲੱਗਿਆ ਕਿ ਇਹ ਸਭ ਸੰਭਾਲਣਾ ਮੁਸ਼ਕਲ ਹੋਵੇਗਾ, ਪਰ ਉਸਨੇ ਆਪਣੇ ਆਪ ਨੂੰ ਯਾਦ ਕਰਵਾਇਆ ਕਿ ਇਹ ਵੀ ਇੱਕ ਮੌਕਾ ਹੈ। ਜੇ ਅਸੀਂ ਇਸ ਨੂੰ ਹੱਲ ਕਰ ਲਿਆ ਤਾਂ ਸਾਡੀ ਸਮਰੱਥਾ ਅਤੇ ਭਰੋਸਾ ਦੋਹਾਂ ਵਧਣਗੇ। ਉਸਨੇ ਟੀਮ ਨਾਲ ਬੈਠ ਕੇ ਵਿਚਾਰ ਕੀਤਾ, ਸਾਰਿਆਂ ਨੇ ਆਪਣੀਆਂ ਰਾਇਆਂ ਦਿੱਤੀਆਂ ਅਤੇ ਆਖਰਕਾਰ ਉਹਨਾਂ ਨੇ ਮਿਲ ਕੇ ਹੱਲ ਲੱਭ ਲਿਆ।
ਜਦ ਸਮੱਸਿਆ ਹੱਲ ਹੋਈ ਤਾਂ ਟੀਮ ਨੇ ਚੈਨ ਦੀ ਸਾਹ ਲਈ। ਰਿਤੇਸ਼ ਨੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ, ਦੇਖਿਆ, ਜੇ ਇਹ ਚੁਣੌਤੀ ਨਾ ਆਉਂਦੀ ਤਾਂ ਅਸੀਂ ਕਦੇ ਨਾ ਜਾਣਦੇ ਕਿ ਅਸੀਂ ਕਿੰਨੇ ਯੋਗ ਹਾਂ। ਹੁਣ ਰਿਤੇਸ਼ ਨੂੰ ਇਹ ਸਮਝ ਆਉਣ ਲੱਗ ਪਈ ਸੀ ਕਿ ਚੁਣੌਤੀਆਂ ਨਾ ਸਿਰਫ ਕੰਮ ਵਿੱਚ, ਸਗੋਂ ਉਸ ਦੀ ਨਿੱਜੀ ਜ਼ਿੰਦਗੀ ਵਿੱਚ ਵੀ ਨਵੇਂ ਮੌਕੇ ਲਿਆਉਂਦੀਆਂ ਹਨ। ਉਸਨੇ ਇਹ ਸੋਚ ਨਿੱਜੀ ਜੀਵਨ ਵਿੱਚ ਵੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਯਾਦ ਆਇਆ ਕਿ ਬਚਪਨ ਤੋਂ ਹੀ ਉਹ ਆਪਣੇ ਮਾਤਾ-ਪਿਤਾ ਨਾਲ ਕੁਝ ਮਤਭੇਦ ਮਹਿਸੂਸ ਕਰਦਾ ਸੀ। ਕਈ ਵਾਰੀ ਉਹਨਾਂ ਦੀ ਸੋਚ ਉਸ ਨੂੰ ਪੁਰਾਣੀ ਲੱਗਦੀ ਸੀ ਤੇ ਉਹ ਬਹਿਸ ਕਰ ਲੈਂਦਾ ਸੀ। ਪਰ ਹੁਣ ਉਸਨੇ ਸੋਚਿਆ ਕਿ ਸ਼ਾਇਦ ਇਹ ਮਤਭੇਦ ਵੀ ਮੈਨੂੰ ਕੁਝ ਸਿਖਾਉਣ ਲਈ ਹਨ। ਜੇ ਮੈਂ ਉਹਨਾਂ ਦੀ ਸੋਚ ਨੂੰ ਸਮਝਣ ਦੀ ਕੋਸ਼ਿਸ਼ ਕਰਾਂ ਤਾਂ ਸ਼ਾਇਦ ਉਹਨਾਂ ਨਾਲ ਬਿਹਤਰ ਰਿਸ਼ਤਾ ਬਣ ਸਕੇ। ਉਸ ਰਾਤ ਉਸਨੇ ਆਪਣੀ ਮਾਂ ਨਾਲ ਗੱਲ ਕੀਤੀ। ਉਹਨਾਂ ਨੇ ਕੁਝ ਰਵਾਇਤਾਂ ਬਾਰੇ ਗੱਲ ਕੀਤੀ ਜੋ ਰਿਤੇਸ਼ ਨੂੰ ਪਹਿਲਾਂ ਬੇਮਤਲਬ ਲੱਗਦੀਆਂ ਸੀ, ਪਰ ਇਸ ਵਾਰੀ ਉਹਨੇ ਬਹਿਸ ਕਰਨ ਦੀ ਥਾਂ ਸੁਣਨ ਅਤੇ ਸਮਝਣ ਦੀ ਕੋਸ਼ਿਸ਼ ਕੀਤੀ। ਉਸਨੇ ਮਹਿਸੂਸ ਕੀਤਾ ਕਿ ਉਹਨਾਂ ਦੀ ਸੋਚ ਦੇ ਪਿੱਛੇ ਤਜਰਬਾ ਅਤੇ ਗਹਿਰਾਈ ਛੁਪੇ ਹੋਏ ਹਨ। ਰਿਤੇਸ਼ ਨੇ ਨੋਟ ਕੀਤਾ, 1 ਚੁਣੌਤੀਆਂ ਸਿਰਫ ਪੇਸ਼ਾਵਰ ਨਹੀਂ ਹੁੰਦੀਆਂ, ਉਹ ਰਿਸ਼ਤਿਆਂ ਵਿੱਚ ਵੀ ਆਉਂਦੀਆਂ ਹਨ। 2 ਹਰ ਮੁਸ਼ਕਲ ਦੇ ਪਿੱਛੇ ਇੱਕ ਪਾਠ ਲੁਕਿਆ ਹੁੰਦਾ ਹੈ। 3 ਮੈਨੂੰ ਹਰ ਚੁਣੌਤੀ ਨੂੰ ਜਿਗਿਆਸਾ ਅਤੇ ਖੁੱਲ੍ਹੇ ਮਨ ਨਾਲ ਦੇਖਣਾ ਚਾਹੀਦਾ ਹੈ। ਜਦੋਂ ਦਫ਼ਤਰ ਦਾ ਪ੍ਰੋਜੈਕਟ ਪੂਰਾ ਹੋਇਆ ਤਾਂ ਕਲਾਇੰਟ ਨੇ ਨਾ ਸਿਰਫ ਟੀਮ ਦੀ ਮਿਹਨਤ ਦੀ ਤਾਰੀਫ ਕਰੀ, ਸਗੋਂ ਰਿਤੇਸ਼ ਦੇ ਨੇਤਰਤਵ ਦੀ ਵੀ ਖੁੱਲ੍ਹ ਕੇ ਤਾਰੀਫ ਕੀਤੀ। ਇਹ ਰਿਤੇਸ਼ ਲਈ ਇੱਕ ਵੱਡਾ ਪਲ ਸੀ। ਉਸਨੇ ਮਹਿਸੂਸ ਕੀਤਾ ਕਿ ਜੇ ਉਹ ਇਹਨਾਂ ਮੁਸ਼ਕਲਾਂ ਨੂੰ ਇੱਕ ਮੌਕੇ ਵਜੋਂ ਨਾ ਵੇਖਦਾ ਤਾਂ ਸ਼ਾਇਦ ਇਹ ਕਾਮਯਾਬੀ ਵੀ ਨਾ ਮਿਲਦੀ। ਉਸਨੇ ਕਿਤਾਬ ਚੁੱਕੀ ਅਤੇ ਮੁਸਕਰਾ ਕੇ ਕਿਹਾ, ਦਿੱਕਤਾਂ ਸੱਚਮੁੱਚ ਖੁਸ਼ੀਆਂ ਵੱਲ ਜਾਣ ਦੇ ਰਸਤੇ ਦਾ ਹਿੱਸਾ ਹਨ। ਜੇ ਮੈਂ ਉਹਨਾਂ ਨੂੰ ਸਮਝਦਾਰੀ ਅਤੇ ਧੀਰਜ ਨਾਲ ਦੇਖਾਂ ਤਾਂ ਇਹ ਮੇਰੇ ਲਈ ਸੋਨੇ ਦੀ ਥੈਲੀ ਵਾਂਗ ਹਨ। ਰਿਤੇਸ਼ ਦੀ ਯਾਤਰਾ ਹੁਣ ਵੀ ਜਾਰੀ ਸੀ। ਉਸਨੇ ਸਿੱਖ ਲਿਆ ਸੀ ਕਿ ਚੁਣੌਤੀਆਂ ਨੂੰ ਗਲੇ ਲਗਾਉਣ ਨਾਲ ਨਾ ਸਿਰਫ ਸਮੱਸਿਆਵਾਂ ਹੱਲ ਹੁੰਦੀਆਂ ਹਨ, ਸਗੋਂ ਉਹ ਖੁਦ ਇੱਕ ਬਿਹਤਰ ਇਨਸਾਨ ਬਣਦਾ ਹੈ। ਉਸ ਨੂੰ ਪਤਾ ਸੀ ਕਿ ਕਿਤਾਬ ਵਿੱਚ ਹਜੇ ਵੀ ਬਹੁਤ ਕੁਝ ਸਿੱਖਣ ਲਈ ਬਾਕੀ ਹੈ ਅਤੇ ਉਹ ਹਰ ਨਵੇਂ ਪਾਠ ਲਈ ਤਿਆਰ ਸੀ। Embrace impermanence, practice gratitude, comfort with discomfort, know when to let go ਅਤੇ view difficulties as an opportunity ਨੇ ਉਸ ਦੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਸੀ। ਹੁਣ ਜਦੋਂ ਵੀ ਉਹ ਕਿਸੇ ਚੁਣੌਤੀ ਦਾ ਸਾਹਮਣਾ ਕਰਦਾ, ਉਹ ਡਰਦਾ ਨਹੀਂ ਸੀ, ਸਗੋਂ ਉਸ ਨੂੰ ਸਿੱਖਣ ਅਤੇ ਵਧਣ ਦਾ ਮੌਕਾ ਮੰਨਦਾ। ਇੱਕ ਦਿਨ ਰਿਤੇਸ਼ ਨੂੰ ਆਪਣੇ ਪੁਰਾਣੇ ਦੋਸਤ ਅਰਜੁਨ ਨੂੰ ਮਿਲਣ ਦਾ ਮੌਕਾ ਮਿਲਿਆ। ਅਰਜੁਨ ਅਤੇ ਰਿਤੇਸ਼ ਕਾਲਜ ਦੇ ਸਮੇਂ ਦੇ ਦੋਸਤ ਸਨ, ਪਰ ਕਰੀਅਰ ਅਤੇ ਜ਼ਿੰਦਗੀ ਦੀ ਭਾਗਦੌੜ ਵਿੱਚ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਗਏ ਸਨ। ਦੋਵੇਂ ਨੇ ਇੱਕ ਕੈਫੇ ਵਿੱਚ ਮਿਲਣ ਦੀ ਯੋਜਨਾ ਬਣਾਈ। ਗੱਲਬਾਤ ਦੌਰਾਨ ਅਰਜੁਨ ਨੇ ਕਿਹਾ, ਯਾਰ ਤੇਰੀ ਜ਼ਿੰਦਗੀ ਤਾਂ ਬਹੁਤ ਸੈੱਟ ਲੱਗਦੀ ਏ, ਮੈਨੂੰ ਵੀ ਦੱਸ ਕਿ ਤੂੰ ਇੰਨਾ ਸ਼ਾਂਤ ਤੇ ਪੋਜ਼ਿਟਿਵ ਕਿਵੇਂ ਹੋ ਗਿਆ। ਰਿਤੇਸ਼ ਮੁਸਕਰਾਇਆ ਤੇ ਕਿਹਾ, ਸ਼ਾਂਤ? ਪੋਜ਼ਿਟਿਵ? ਅਰੇ ਐਸਾ ਕੁਝ ਨਹੀਂ, ਮੈਂ ਵੀ ਪਹਿਲਾਂ ਬੜੀਆਂ ਪਰੇਸ਼ਾਨੀਆਂ 'ਚ ਘਿਰਿਆ ਰਹਿੰਦਾ ਸੀ। ਅਰਜੁਨ ਨੇ ਹੈਰਾਨੀ ਨਾਲ ਪੁੱਛਿਆ, ਕਿਤਾਬ? ਕਿਹੜੀ ਕਿਤਾਬ? ਰਿਤੇਸ਼ ਨੇ ਉਸ ਨੂੰ ਕਿਤਾਬ ਬਾਰੇ ਦੱਸਿਆ ਅਤੇ ਕਿਵੇਂ ਉਸ ਦੇ ਹਰ ਪਾਠ ਨੂੰ ਆਪਣੇ ਜੀਵਨ 'ਚ ਲਾਗੂ ਕੀਤਾ ਇਹ ਵੀ ਸਾਂਝਾ ਕੀਤਾ। ਉਸਨੇ ਕਿਹਾ, ਮੈਂ ਸਿੱਖ ਲਿਆ ਕਿ ਜ਼ਿੰਦਗੀ 'ਚ ਹਰ ਚੀਜ਼ ਅਸਥਾਈ ਹੈ। ਜੇ ਅਸੀਂ ਇਹ ਸਮਝ ਲਈਏ ਤਾਂ ਅਸੀਂ ਉਹਨਾਂ ਚੀਜ਼ਾਂ ਲਈ ਆਪਣੇ ਆਪ ਨੂੰ ਪਰੇਸ਼ਾਨ ਨਹੀਂ ਕਰਾਂਗੇ ਜੋ ਸਾਡੇ ਕਾਬੂ 'ਚ ਨਹੀਂ। ਮੈਂ ਹਰ ਛੋਟੀ ਚੀਜ਼ ਲਈ ਸ਼ੁਕਰਗੁਜ਼ਾਰ ਰਹਿਣਾ ਸਿੱਖਿਆ। ਮੈਂ ਡਿਸਕੰਫਰਟ ਨੂੰ ਦੋਸਤ ਵਾਂਗ ਅਪਣਾਇਆ ਅਤੇ ਉਹਨਾਂ ਚੀਜ਼ਾਂ ਨੂੰ ਛੱਡ ਦਿੱਤਾ ਜਦੋਂ ਉਹ ਮੇਰੀ ਸੇਵਾ ਕਰਨੀ ਬੰਦ ਕਰ ਗਈਆਂ। ਤੇ ਸਭ ਤੋਂ ਵੱਡੀ ਗੱਲ, ਮੈਂ ਮੁਸ਼ਕਲਾਂ ਨੂੰ ਆਪਣੀ ਦੁਸ਼ਮਣ ਨਹੀਂ, ਸਗੋਂ ਆਪਣਾ ਅਧਿਆਪਕ ਮੰਨਿਆ। ਅਰਜੁਨ ਨੇ ਗਹਿਰੀ ਸਾਹ ਲਈ ਅਤੇ ਕਿਹਾ, ਯਾਰ ਤੇਰੀਆਂ ਗੱਲਾਂ ਸੁਣ ਕੇ ਲੱਗ ਰਿਹਾ ਕਿ ਮੈਨੂੰ ਵੀ ਆਪਣੀ ਜ਼ਿੰਦਗੀ 'ਚ ਕੁਝ ਬਦਲਾਅ ਲਿਆਉਣੇ ਪੈਣਗੇ, ਪਰ ਇਹ ਇੰਨਾ ਆਸਾਨ ਨਹੀਂ। ਰਿਤੇਸ਼ ਨੇ ਹੱਸ ਕੇ ਕਿਹਾ, ਆਸਾਨ ਤਾਂ ਕੁਝ ਵੀ ਨਹੀਂ ਹੁੰਦਾ। ਮੈਂ ਵੀ ਇੱਕ ਦਿਨ ਵਿੱਚ ਸਭ ਕੁਝ ਨਹੀਂ ਸਿੱਖਿਆ। ਇਹ ਕਿਤਾਬ ਕੋਈ ਜਾਦੂ ਦੀ ਛੜੀ ਨਹੀਂ, ਪਰ ਇਹ ਸਹੀ ਦਿਸ਼ਾ ਵਿਖਾ ਸਕਦੀ ਹੈ। ਬਾਕੀ ਸਾਰੀ ਕੋਸ਼ਿਸ਼ ਤੇ ਮਿਹਨਤ ਆਪਣੀ ਹੋਣੀ ਚਾਹੀਦੀ ਹੈ। ਹਰ ਰੋਜ਼ ਕੁਝ ਨਾ ਕੁਝ ਕਰਦੇ ਰਹੋ। ਅਰਜੁਨ ਨੇ ਵਾਅਦਾ ਕੀਤਾ ਕਿ ਉਹ ਵੀ ਕਿਤਾਬ ਪੜ੍ਹੇਗਾ ਤੇ ਆਪਣੇ ਉੱਤੇ ਕੰਮ ਕਰਨਾ ਸ਼ੁਰੂ ਕਰੇਗਾ। ਰਿਤੇਸ਼ ਨੇ ਮਹਿਸੂਸ ਕੀਤਾ ਕਿ ਸ਼ਾਇਦ ਕਿਤਾਬ ਦਾ ਮਕਸਦ ਸਿਰਫ ਉਸ ਦੀ ਜ਼ਿੰਦਗੀ ਬਦਲਣਾ ਨਹੀਂ ਸੀ, ਸਗੋਂ ਹੋਰਾਂ ਨੂੰ ਵੀ ਪ੍ਰੇਰਿਤ ਕਰਨਾ ਸੀ। ਦਿਨ, ਹਫ਼ਤੇ ਅਤੇ ਮਹੀਨੇ ਬੀਤਦੇ ਗਏ। ਰਿਤੇਸ਼ ਦੀ ਜ਼ਿੰਦਗੀ ਹੁਣ ਇੱਕ ਨਵੀਂ ਥਿਰਤਾ ਵਿੱਚ ਬਦਲ ਚੁੱਕੀ ਸੀ। ਪਰ ਇੱਕ ਦਿਨ ਉਸਨੇ ਮਹਿਸੂਸ ਕੀਤਾ ਕਿ ਕਾਫੀ ਸਮੇਂ ਤੋਂ ਉਸਨੇ ਕਿਤਾਬ ਨੂੰ ਦੁਬਾਰਾ ਨਹੀਂ ਖੋਲ੍ਹਿਆ। ਉਸਨੇ ਸੋਚਿਆ ਕਿ ਕਿਤਾਬ ਨੇ ਮੈਨੂੰ ਇੰਨਾ ਕੁਝ ਸਿਖਾਇਆ, ਪਰ ਕੀ ਮੈਂ ਅਜੇ ਵੀ ਇਸ ਨੂੰ ਠੀਕ ਤਰ੍ਹਾਂ ਲਾਗੂ ਕਰ ਰਿਹਾ ਹਾਂ? ਉਸਨੇ ਕਿਤਾਬ ਖੋਲ੍ਹੀ ਅਤੇ ਪੰਨੇ ਪਲਟਦੇ ਹੋਏ ਇੱਕ ਆਖਰੀ ਪਾਠ ਪੜ੍ਹਿਆ, ਸ਼ੇਅਰ ਯੋਰ ਲਾਈਟ, ਜਿਸ ਵਿੱਚ ਲਿਖਿਆ ਸੀ ਕਿ ਜਦੋਂ ਕੋਈ ਗਿਆਨ ਜਾਂ ਤਜਰਬਾ ਤੁਹਾਡੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਵੇ ਤਾਂ ਉਸ ਨੂੰ ਹੋਰਾਂ ਨਾਲ ਵੀ ਸਾਂਝਾ ਕਰੋ। ਇਹ ਗਿਆਨ ਤਦ ਹੀ ਪੂਰਾ ਹੁੰਦਾ ਹੈ ਜਦੋਂ ਇਹ ਹੋਰਾਂ ਦੀ ਵੀ ਮਦਦ ਕਰੇ। ਰਿਤੇਸ਼ ਨੇ ਇਸ ਪਾਠ ਨੂੰ ਦਿਲੋਂ ਮਹਿਸੂਸ ਕੀਤਾ ਅਤੇ ਫੈਸਲਾ ਕੀਤਾ ਕਿ ਉਹ ਆਪਣੇ ਤਜਰਬਿਆਂ ਨੂੰ ਹੋਰ ਲੋਕਾਂ ਨਾਲ ਸਾਂਝਾ ਕਰੇਗਾ। ਉਸਨੇ ਇੱਕ ਬਲੌਗ ਸ਼ੁਰੂ ਕੀਤਾ ਜਿੱਥੇ ਉਹ ਆਪਣੇ ਸਫ਼ਰ ਅਤੇ ਕਿਤਾਬ ਦੇ ਪਾਠਾਂ ਬਾਰੇ ਲਿਖਣ ਲੱਗਾ। ਥੋੜੀ-ਥੋੜੀ ਕਰਕੇ ਲੋਕ ਉਸ ਦੇ ਵਿਚਾਰ ਪੜ੍ਹਨ ਲੱਗੇ ਅਤੇ ਪ੍ਰੇਰਿਤ ਹੋਣ ਲੱਗੇ। ਉਸਨੇ ਮਹਿਸੂਸ ਕੀਤਾ ਕਿ ਉਸ ਦੀ ਯਾਤਰਾ ਹੁਣ ਸਿਰਫ ਆਪਣੇ ਆਪ ਨੂੰ ਬਦਲਣ ਦੀ ਨਹੀਂ ਰਹੀ, ਉਹ ਹੁਣ ਹੋਰਾਂ ਦੀ ਵੀ ਮਦਦ ਕਰ ਰਿਹਾ ਸੀ। ਜਦੋਂ ਵੀ ਕੋਈ ਆ ਕੇ ਕਹਿੰਦਾ
ਤੁਹਾਡੀਆਂ ਗੱਲਾਂ ਨਾਲ ਮੇਰੀ ਜ਼ਿੰਦਗੀ ਬਦਲ ਗਈ। ਤਾਂ ਰਿਤੇਸ਼ ਨੂੰ ਲੱਗਦਾ ਕਿ ਉਹ ਸੱਚਮੁੱਚ ਕੁਝ ਵੱਡਾ ਕਰ ਰਿਹਾ ਹੈ। ਆਖਿਰਕਾਰ ਰਿਤੇਸ਼ ਨੇ ਕਿਤਾਬ ਨੂੰ ਅਲਮਾਰੀ ਵਿੱਚ ਰੱਖਿਆ ਅਤੇ ਮੁਸਕਰਾਉਂਦਾ ਹੋਇਆ ਸੋਚਿਆ, ਹੁਣ ਇਹ ਕਿਤਾਬ ਸਿਰਫ ਮੇਰੀ ਨਹੀਂ ਰਹੀ, ਇਹ ਉਹਨਾਂ ਸਭ ਦੀ ਹੈ ਜੋ ਬਦਲਾਅ ਚਾਹੁੰਦੇ ਹਨ। ਇੰਜ ਰਿਤੇਸ਼ ਦੀ ਯਾਤਰਾ ਇੱਕ ਨਵੀਂ ਸ਼ੁਰੂਆਤ ਬਣ ਗਈ। ਖੁਦ ਤੱਕ ਸੀਮਿਤ ਰਹਿਣ ਦੀ ਬਜਾਏ ਰਿਤੇਸ਼ ਨੇ ਹੋਰਾਂ ਲਈ ਵੀ ਜੀਣਾ ਸਿੱਖ ਲਿਆ ਸੀ। ਉਸਨੇ ਸਿੱਖਿਆ ਸੀ ਕਿ ਹਰ ਅੰਤ ਇੱਕ ਨਵੀਂ ਸ਼ੁਰੂਆਤ ਦਾ ਸੰਕੇਤ ਹੁੰਦਾ ਹੈ ਅਤੇ ਇਹੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਾਠ ਹੈ। ਰਿਤੇਸ਼ ਦੀ ਯਾਤਰਾ ਇੱਕ ਸਧਾਰਨ ਕਿਤਾਬ ਨਾਲ ਸ਼ੁਰੂ ਹੋਈ ਜੋ ਉਸ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਗਈ। ਹਰ ਪਾਠ ਨੇ ਉਸ ਨੂੰ ਜੀਵਨ ਦੇ ਇੱਕ ਆਮ ਪਹਲੂ ਨੂੰ ਸਮਝਣ ਅਤੇ ਅਪਣਾਉਣ ਦਾ ਮੌਕਾ ਦਿੱਤਾ। ਇੱਕ ਐਮਬਰੇਸ ਇਨਪਰਮੈਨੈਂਸ। ਰਿਤੇਸ਼ ਨੇ ਸਿੱਖਿਆ ਕਿ ਹਰ ਚੀਜ਼ ਅਸਥਾਈ ਹੈ, ਚੰਗੇ ਜਾਂ ਮਾੜੇ ਪਲ ਸਦਾ ਲਈ ਨਹੀਂ ਰਹਿੰਦੇ। ਇਸ ਨੂੰ ਸਮਝ ਕੇ ਉਸਨੇ ਚਿੰਤਾ ਕਰਨੀ ਛੱਡ ਦਿੱਤੀ ਅਤੇ ਹਰ ਪਲ ਨੂੰ ਪੂਰੀ ਤਰ੍ਹਾਂ ਜੀਣਾ ਸਿੱਖ ਲਿਆ। 2. ਪ੍ਰੈਕਟਿਸ ਗ੍ਰੈਟੀਟਿਊਡ। ਉਸਨੇ ਮਹਿਸੂਸ ਕੀਤਾ ਕਿ ਜੋ ਕੁਝ ਵੀ ਉਸਦੇ ਕੋਲ ਹੈ ਉਸ ਦੀ ਕਦਰ ਕਰਨਾ ਜ਼ਰੂਰੀ ਹੈ। ਸ਼ਿਕਾਇਤਾਂ ਕਰਨ ਦੀ ਥਾਂ ਛੋਟੀ-ਛੋਟੀ ਚੀਜ਼ਾਂ ਲਈ ਸ਼ੁਕਰਗੁਜ਼ਾਰ ਰਹਿਣਾ ਉਸ ਨੂੰ ਅੰਦਰੂਨੀ ਸ਼ਾਂਤੀ ਅਤੇ ਸੰਤੋਖ ਦੇ ਗਿਆ। 3. ਵੈਲਕਮ ਡਿਸਕੰਫਰਟ। ਮੁਸ਼ਕਲ ਹਾਲਾਤਾਂ ਤੋਂ ਭੱਜਣ ਦੀ ਬਜਾਏ ਉਹਨਾਂ ਨੂੰ ਗਲੇ ਲਗਾਉਣਾ ਰਿਤੇਸ਼ ਲਈ ਵੱਡਾ ਪਾਠ ਸੀ। 4. ਜਾਣੋ ਕਿ ਕਦੋਂ ਛੱਡਣਾ ਹੈ। ਉਸਨੇ ਸਿੱਖਿਆ ਕਿ ਕੁਝ ਚੀਜ਼ਾਂ ਛੱਡਣਾ ਕਮਜ਼ੋਰੀ ਨਹੀਂ, ਸਗੋਂ ਨਵੀਂ ਸ਼ੁਰੂਆਤ ਦਾ ਸੰਕੇਤ ਹੁੰਦੀ ਹੈ। 5. ਡਿਫਿਕਲਟੀਜ਼ ਨੂੰ ਮੌਕਾ ਸਮਝੋ। ਉਸਨੇ ਚੁਣੌਤੀਆਂ ਨੂੰ ਰੁਕਾਵਟ ਦੀ ਥਾਂ ਸਿੱਖਣ ਅਤੇ ਮਜ਼ਬੂਤ ਬਣਨ ਦੇ ਮੌਕੇ ਵਜੋਂ ਵੇਖਣਾ ਸਿੱਖਿਆ। 6. ਸ਼ੇਅਰ ਯੋਰ ਲਾਈਟ। ਅਖੀਰ ਵਿੱਚ ਰਿਤੇਸ਼ ਨੇ ਸਮਝਿਆ ਕਿ ਗਿਆਨ ਨੂੰ ਸਾਂਝਾ ਕਰਨਾ ਉਸ ਦਾ ਅਗਲਾ ਕਦਮ ਹੈ। ਉਸਨੇ ਆਪਣੀ ਸਿੱਖ ਅਤੇ ਤਜਰਬਿਆਂ ਨੂੰ ਹੋਰ ਲੋਕਾਂ ਨਾਲ ਸਾਂਝਾ ਕੀਤਾ, ਜਿਸ ਨਾਲ ਨਾ ਸਿਰਫ ਉਸ ਦੀ ਸਗੋਂ ਕਈ ਹੋਰਾਂ ਦੀ ਜ਼ਿੰਦਗੀ ਬਦਲ ਗਈ। ਰਿਤੇਸ਼ ਦੀ ਕਹਾਣੀ ਇਸ ਗੱਲ ਦੀ ਗਵਾਹੀ ਹੈ ਕਿ ਠੀਕ ਸੋਚ ਅਤੇ ਸਿੱਖਣ ਦੀ ਇੱਛਾ ਨਾਲ ਜ਼ਿੰਦਗੀ ਵਿੱਚ ਕੋਈ ਵੀ ਬਦਲਾਅ ਸੰਭਵ ਹੈ। ਤਾਂ ਦੋਸਤੋ, ਇਹ ਸੀ ਅੱਜ ਦੀ ਸਾਡੀ ਬੁੱਕ ਸਮਰੀ। ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਧੰਨਵਾਦ ਕਿ ਤੁਸੀਂ ਸਮਰੀ ਅੰਤ ਤੱਕ ਸੁਣੀ।